ਸੋ ਦੱਸ ਦਈਏ ਕਿ ਕੋਰੋਨਾ ਕਾਲ ਦੇ ਵਿੱਚ ਹੈਲਥ ਵਰਕਰ ਜਿਹੜੇ ਨੇ ਉਹ ਪਰੇਸ਼ਾਨ ਨੇ, ਯਾਨੀ ਕਿ ਜੋ ਹੈਲਥ ਸਿਸਟਮ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਦੀ ਪਰੇਸ਼ਾਨੀ ਦਾ ਅੱਜ ਜ਼ਿਕਰ ਕੀਤਾ ਜਾਏਗਾ। ਦੱਸੇ ਕਿ ਵੱਡੇ ਪੱਧਰ ਤੇ ਐਨਐਚਐਮ ਦਾ ਹੱਲਾ ਬੋਲ ਹੈ। ਇਹਨਾਂ ਨੇ ਐਲਾਨ ਕੀਤਾ ਹੋਇਆ ਹੈ ਕਿ ਇਹਨਾਂ ਦੇ ਵੱਲੋਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤੇ ਜਾਣਗੇ। ਸਰਕਾਰ ਦੇ ਖਿਲਾਫ ਪ੍ਰਦਰਸ਼ਨ ਹੋ ਵੀ ਰਹੇ ਨੇ। ਕਈ ਤਰ੍ਹਾਂ ਦੀਆਂ ਇਹਨਾਂ ਦੀਆਂ ਮੰਗਾਂ ਨੇ। ਸਭ ਤੋਂ ਵੱਡਾ ਮਸਲਾ ਇਹਨਾਂ ਦਾ ਪੱਕੇ ਕਰਨ ਨੂੰ ਲੈ ਕੇ। पर आज सिर्फ इन्हां दे बारे नहीं बल्कि हर एक उस मुलाजम दे बारे गलबात होएगी जो कि हैल्थ सिस्टम दे नाल जुड़िया होएगा और की कुछ उन्हां नूं मिलदा है, अदा किया जाता है, बेशक वो सरकारी तौर पर है या बेशक वो प्राइवेट तौर पर है। किस तरह दे नाल की कुछ मुश्किलां उन्हां नूं आउंदियां ने और उन्हां दा हल की हो सकता है। कुल मिला के कह सकते हैं मुढ़लियां सहूलतां तो भी ये लोग वांझे रहे ने। आखिरकार सारी स्थिति है की है, इस लिए अज के मुद्दे दे विच इसे दे बाबत चर्चा होएगी और कुछ मेहमान मेरे नाल मौजूद ने। स्वागत करदे उन्हां दा। सो डॉक्टर दलेर सिंह मुल्तानी रिटायर्ड सिविल सर्जन सो स्टूडियो दे विच मेरे नाल मौजूद ने। एक होर खास मेहमान डॉक्टर इंद्रजीत सिंह राणा स्टेट प्रेजिडेंट NRHM एम्पलॉयज़ एसोसीएशन पंजाब, वो मौजूद ने। बहुत बहुत स्वागत है दोवें ही खास मेहमानां दा। सो सब तो पहला तुहाडे कोल आना चाहांगी इंद्रजीत सिंह राणा जी, अगर गल कीती जावे तां NRHM तक की कुछ समस्यावां आ रही ने और किन्ने लंबे समय तो परेशानी जिहड़ी है वो जूझिया जा रहा है तुहाडे एम्पलॉयज़ दे वल्लों और की कुछ मंगां ने। सत श्री अकाल जी मैडम जितेंद्र जी। गुरजोत कौर जी। सब तो पहला ते 12 साल तो ज़्यादा समा हो गया जी NRHM ਦੇ ਜਿਹੜੇ EMPLOYEES ਪ੍ਰੋਪਰ ਵਿਧੀ ਨਾਲ ਭਰਤੀ ਕੀਤੇ ਹੋਏ ਆ ਸਰਕਾਰ ਨੇ। ਉਹਨਾਂ ਵਿੱਚ ਡਾਕਟਰਸ ਤੋਂ ਲੈ ਕੇ ਕੰਪਿਊਟਰ ਆਪਰੇਟਰ ਤੱਕ ਸਾਰੇ ਹੀ ਤਰ੍ਹਾਂ ਦੇ ਮੁਲਾਜ਼ਮ ਨੇ। ਇਸ ਕਰੋਨਾ ਕਾਲ ਦੇ ਵਿੱਚ ਸਾਰੇ ਮੁਲਾਜ਼ਮਾਂ ਨੇ ਇਸ ਪੰਜਾਬ ਤੇ ਆਏ ਸੰਕਟ, ਜਿਹੜਾ ਸਾਰੇ ਵਿਸ਼ਵ ਤੇ ਸੰਕਟ ਆਇਆ ਉਸ ਪੰਜਾਬ ਦੇ ਵਿੱਚ ਆਪਣੀ ਜਾਨ ਨੂੰ ਤਲੀ ਤੇ ਰੱਖ ਕੇ ਬਹੁਤ ਇਮਾਨਦਾਰੀ ਨਾਲ ਡਿਊਟੀਆਂ ਕੀਤੀਆਂ ਜੀ। ਸਾਡੀ ਹੈਲਥ ਮਿਨਿਸਟਰ ਸਾਹਿਬ ਜੀ ਨਾਲ ਸਿੱਧੂ ਸਾਹਿਬ ਨਾਲ ਮੁਲਾਕਾਤ ਹੋਈ ਸੀ 28 ਤਰੀਕ ਨੂੰ। ਉਹਨਾਂ ਨੇ ਕਿਹਾ ਸੀ ਥੋੜਾ ਜਿਹਾ ਕਾਲ ਕਰਦਾ ਸੀ 1 ਮਹੀਨੇ 1.5 ਮਹੀਨੇ ਬਾਅਦ ਤੁਹਾਡੀ ਰੈਗੂਲਰ ਦੀ ਫਾਈਲ ਮੂਵ ਕਰਾਂਗੇ। ਅਸੀਂ ਸੀਐਮ ਸਾਹਿਬ ਨੂੰ ਕਈ ਵਾਰੀ ਅਪਰੋਚ ਕੀਤੀ ਹੈ, ਸਾਨੂੰ ਮੀਟਿੰਗਸ ਤੱਕ ਨਹੀਂ ਦਿੱਤੀਆਂ ਜਾ ਰਹੀਆਂ। ਅਸੀਂ ਦਿਨ ਰਾਤ ਸਾਡੀਆਂ ਜਿਹੜੀਆਂ ਲੜਕੀਆਂ ਹੈਗੀਆਂ ਸਟਾਫ ਨਰਸ ANM CHO RBS ਡਾਕਟਰਸ ਔਰ ਬਾਕੀ ਸਾਰਾ ਜਿਹੜਾ ਸਟਾਫ ਹੈਗਾ ਲੈਬ ਟੈਕਨੀਸ਼ੀਅਨ RNTC ਇਹ ਸਾਰੇ ਦੇ ਸਾਰੇ ਬੜੀ ਇਮਾਨਦਾਰੀ ਨਾਲ ਡਿਊਟੀ ਕਰ ਰਹੇ ਆ ਔਰ 24 ਘੰਟੇ ਵੀ ਡਿਊਟੀ ਕਰ ਰਹੇ ਆ। ਇਹਨਾਂ 'ਚ ਬਹੁਤ ਸਾਰੇ ਲੋਕਾਂ ਨੂੰ ਪੋਜ਼ਿਟਿਵ ਵੀ ਹੋ ਗਿਆ, COVID-19 ਪੋਜ਼ਿਟਿਵ ਆ ਗਿਆ। ਸੋ ਅਸੀਂ ਸਰਕਾਰ ਨੂੰ ਬਾਰ-ਬਾਰ ਬੇਨਤੀਆਂ ਕਰ ਰਹੇ ਹਾਂ ਕਿ ਅਸੀਂ ਜੇ ਪ੍ਰੋਪਰ ਪ੍ਰੋਸੀਜਰ ਨਾਲ ਆਏ ਆ ਤਾਂ ਸਾਨੂੰ ਰੈਗੂਲਰ ਕੀਤਾ ਜਾਵੇ। ਸਰਕਾਰ ਨਵੀਆਂ ਭਰਤੀਆਂ ਵੱਲ ਨੂੰ ਤੇ ਧਿਆਨ ਦੇ ਰਹੀ ਹੈ ਕਿ ਹੈਲਥ ਦਾ ਜਿਹੜਾ ਸਟਰਕਚਰ ਹੈ ਜੋ ਤੁਹਾਡੇ ਸਾਹਮਣੇ ਆਇਆ ਕਿ ਹੈਲਥ ਦਾ ਸਟਰਕਚਰ ਥੋੜਾ ਵੀਕ ਸੀਗਾ। ਅਸੀਂ ਉਹ ਕੋਵਿਡ ਨੂੰ ਬੜੇ ਤਰੀਕੇ ਨਾਲ ਸੰਭਾਲ ਨਹੀਂ ਸਕੇ ਹਨਾ। ਇਸ ਕਰਕੇ ਸਰਕਾਰ ਨੂੰ ਲੱਗਾ ਕਿ ਹੈਲਥ ਦੇ ਵਿੱਚ ਹੋਰ ਭਰਤੀਆਂ ਕੀਤੀਆਂ ਜਾਣ। ਪਰ ਜਿਹੜੇ ਆਲਰੇਡੀ ਭਰਤੀ ਕੀਤੇ ਹੋਏ ਆ ਜਿਨ੍ਹਾਂ ਨੂੰ ਬਹੁਤ ਹੀ ਘੱਟ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨਾ, ਉਹਨਾਂ EMPLOYEES ਬਾਰੇ ਕੁਝ ਨਹੀਂ ਸੋਚਿਆ ਜਾ ਰਿਹਾ। ਉਹਨਾਂ ਨੂੰ ਰੈਗੂਲਰ ਕਰਨ ਵਾਸਤੇ ਸਿਰਫ ਕਲਾਰੇ ਲਗਾਏ ਜਾ ਰਹੇ ਆ ਔਰ ਪ੍ਰੈਕਟੀਕਲੀ ਉਹਨਾਂ ਲਈ ਕੋਈ ਵਰਕ ਨਹੀਂ ਕੀਤਾ ਜਾ ਰਿਹਾ ਜੀ। ठीक है, वापस आवांगी मैं तुहाडे कोल इंद्रजीत जी। सो साडे नाल मुल्तानी साहब ने उन्हां तो भी जिहड़ी है गलबात करके कुछ जानन दी कोशिश करांगे। सो मुल्तानी जी अगर गल करिए तां जिस तरह दे नाल इन्हां ने इशू चक्किया हैगा और लंबे समय तो चक रहे ने, तुहाडे तो मैं चीज़ समझना चाहांगी आखिरकार जिहड़ी ग्राउंड रिपोर्ट है की है। लंबे समय तो वेख रहे हैं प्रदर्शन होंदे ने, सड़कां ते जिहड़े आ वख-वख विभाग अपने तौर ते आ जांदे ने कि सानू महज कुछ पैसे मिलदे ने, इस दे विच साडा गुजारा नहीं है, जबकि वड्डा रिस्क है। ਕੀ ਕਹੋਗੇ? ਦੇਖੋ ਇਸ ਤਰ੍ਹਾਂ ਕਿ ਆਪਾਂ ਨੂੰ ਜਿਸ ਤਰ੍ਹਾਂ ਡਾਕਟਰ ਰਾਣਾ ਨੇ ਗੱਲ ਕੀਤੀ ਹੈ, ਇਹਨਾਂ ਨੇ ਸਿਰਫ ਅਜੇ ਤੱਕ NHM ਸਟਾਫ ਦੀ ਹੀ ਸਿਰਫ ਗੱਲ ਕੀਤੀ ਹੈ। NHM ਸਟਾਫ ਤੋਂ ਇਲਾਵਾ ਵੀ ਬਹੁਤ ਸਾਰਾ ਹੋਰ ਵੱਡਾ ਸਟਾਫ ਹੈ ਜਿਹੜਾ 1996 ਤੋਂ ਜਦੋਂ ਇਹ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਬਣਿਆ ਉਸ ਤੋਂ ਬਾਅਦ ਸਟਾਫ ਦੀ ਲਗਾਤਾਰ ਸ਼ੋਸ਼ਣ ਹੋ ਰਿਹਾ ਜੀ। ਸ਼ੋਸ਼ਣ ਦੋਨੇ ਕਿਸਮ ਦਾ ਹੁੰਦਾ ਹੈ। ਇੱਕ ਤਾਂ ਇਹ ਹੈਗਾ ਵਿੱਤੀ ਸ਼ੋਸ਼ਣ ਹੋ ਰਿਹਾ, ਇੱਕ ਉਹਨਾਂ ਦਾ ਸਮਾਜਿਕ ਸ਼ੋਸ਼ਣ ਵੀ ਹੋ ਰਿਹਾ। ਅੱਜ ਅਸੀਂ ਗੱਲ ਕਰਦੇ ਆ ਗਰੀਬੀ ਹਟਾਉਣ ਦੀਆਂ, ਸਾਰੇ ਜਿੰਨੇ ਵੀ ਹੈਗੇ ਆ ਲੀਡਰਸ ਉਹ ਗਰੀਬੀ ਹਟਾਉਣ ਦਾ ਨਾਰਾ ਲਾਉਂਦੇ ਆ, ਲੇਕਿਨ ਗਰੀਬ ਨੂੰ ਤਾਂ ਮਾਰ ਰਹੇ। ਅੱਜ ਜਿਹੜਾ ਇੱਕ ਸਫਾਈ ਸੇਵਕ ਜਿਹੜਾ ਸਭ ਤੋਂ ਪਹਿਲਾਂ ਸਾਰੇ ਹੀ ਇੰਪੋਰਟੈਂਟ ਨੇ ਹੈਲਥ ਡਿਪਾਰਟਮੈਂਟ ਦੇ ਜਿੰਨੇ ਵੀ EMPLOYEES ਹੈਗੇ ਨੇ, ਚਾਹੇ ਉਹ ਸਟਾਫ ਨਰਸ ਦੀ ਗੱਲ ਹੋਵੇ, ਚਾਹੇ ਆਪਾਂ ਡਾਕਟਰਸ ਦੀ ਗੱਲ ਕਰੀਏ, ਚਾਹੇ ਉਸ ਤੋਂ ਥੱਲੇ ਜਿਹੜਾ ਹੈਗਾ ਤੁਹਾਡਾ ANMs ਦੀ ਗੱਲ ਹੁੰਦੀ ਹੈ, ਈਵਨ ਸਾਡੀਆਂ ਹੁਣ ਆਸ਼ਾ ਵਿੱਚ ਹੈਗੀਆਂ ਨੇ, ਲੈਬੋਰਟਰੀ ਟੈਕਨੀਸ਼ੀਅਨ, ਫਾਰਮਾਸਿਸਟ, ਮਤਲਬ ਕਹਿਣ ਦਾ ਮਤਲਬ ਹੈਗਾ ਕਿ ਸਾਰਾ ਹੀ ਸਟਾਫ। ਪਰ ਦੇਖਣ ਵਾਲੀ ਗੱਲ ਹੈ ਕਿ ਜਿਹੜਾ ਸਟਾਫ ਗੰਦ ਦੇ ਵਿੱਚ ਹੱਥ ਪਾ ਰਿਹਾ ਹੈ, ਜਿਹਦਾ ਬਿਲਕੁਲ ਹੀ ਸਿੱਧਾ ਉਸਨੇ ਜਾ ਕੇ ਟੱਚ ਕਰਨਾ ਹੈ, ਉਹ ਤਾਂ ਹੈਗੇ ਕਲਾਸ 4
ਔਰ ਉਹਨਾਂ ਨੂੰ ਮੈਂ ਤੁਹਾਨੂੰ ਦੱਸ ਦਵਾਂ ਕਿ 5-5 7,000 ਰੁਪਏ ਤੇ ਪਿਛਲੇ 10-10 15-15 ਸਾਲਾਂ ਤੋਂ ਲਗਾਏ ਹੋਏ ਆ ਇਹਨਾਂ ਨੇ ਵਿੱਚ ਜਿਹੜੀ ਹੈਗੀ ਆ। ਫਿਰ ਕਹਿੰਦੇ ਆ ਜੀ ਅਸੀਂ ਗਰੀਬੀ ਹਟਾਉਣੀ ਹੈ, ਫਿਰ ਕਹਿੰਦੇ ਜੀ ਇਹ ਬੰਦੇ ਇੰਪਰੂਵ ਨਹੀਂ ਕਰਦੇ, ਦੱਸੋ ਕਿਹੜੀ ਸਿਸਟਮ ਨਾਲ ਇੰਪਰੂਵ ਕਰਨਾ। ਉਸ ਤੋਂ ਨੈਕਸਟ ਸਟੈਪ ਜੇ ਨਾਲ ਹੀ ਆ ਜਾਂਦਾ ਸੀਗਾ ਸਟੈਪ ਜਿਹੜਾ ਹੈ ਕਿ ਉਹ ਉਹਨਾਂ ਨੂੰ ਆਊਟਸੋਰਸ ਕੀਤਾ ਹੋਇਆ ਜੀ, ਔਰ ਆਊਟਸੋਰਸ ਸਿਰਫ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟੀ ਹੋਈ ਹੈ ਔਰ ਉਹਨਾਂ ਨੂੰ ਇੱਕ ਏਜੰਸੀ ਦੇ ਥਰੂ ਕਰਦੀ ਹੈ। ਉਹ ਏਜੰਸੀ ਵੀ ਉਹਨਾਂ ਨੂੰ ਜਿਹੜੀ ਹੈਗੀ ਹੈ ਉਹ ਐਕਸਪਲੋਇਟ ਕਰਦੀ ਹੈ। ਮੈਨੂੰ ਬਹੁਤ ਸਪੈਸੀਫਿਕ ਯਾਦ ਹੈ, ਮੈंने ਸਰਕਾਰ ਨੂੰ ਇਹ ਗੱਲ ਲਿਖੀ ਵੀ ਸੀਗੀ। ਇੱਕ ਵਾਰੀ ਮੁੰਡਿਆਂ ਨੇ ਕੁਝ ਮੇਰੇ ਕੋਲ ਪ੍ਰੋਟੈਸਟ ਕੀਤਾ ਕਿ ਸਰ ਸਾਨੂੰ 5,000 ਰੁਪਇਆ ਦਿੰਦੇ ਆ ਤੇ ਉਸ ਤੋਂ ਬਾਅਦ ਉਹਦੇ ਚੋਂ 1,000-2,000 ਫਿਰ ਲੈ ਜਾਂਦੇ ਆ, ਠੇਕੇਦਾਰ ਲੈ ਜਾਂਦਾ ਵਿੱਚ। ਅੱਛਾ, ਉਹ ਕਿਵੇਂ ਸਰ? ਉਹ ਬਸ ਉਹਨਾਂ ਨੂੰ ਕਹਿੰਦਾ ਨਹੀਂ ਤੇ ਤੈਨੂੰ ਕੱਢ ਦੂੰਗਾ, ਕਿਉਂਕਿ ਉਹਨਾਂ ਦੇ ਸਿਰ ਦੇ ਉੱਤੇ ਤਾਂ ਡੰਡਾ ਹੀ ਹੈ ਕਿ ਮੈਂ ਸ਼ਾਮ ਨੂੰ ਹੋਰ ਨਵੇਂ ਬੰਦੇ ਰੱਖ ਲੂੰਗਾ ਜੀ, ਤੈਨੂੰ ਤਾਂ ਮੈਂ ਕੱਢ ਦੇਣਾ। ਇਸੇ ਹੀ ਤਰ੍ਹਾਂ ਜਿਹੜਾ ਬਾਕੀ ਸਾਰਾ ਸਾਡਾ ਸਟਾਫ ਹੈਗਾ ਉਹ ਸਟਾਫ, ਔਰ ਮੈਂ ਇਹ ਗੱਲ ਕਰ ਰਿਹਾ ਸੀ ਜਿਹੜਾ ਇਹਨਾਂ ਦੀ ਕਲਾਸ ਫੋਰਸ ਵਾਲੀ, ਇਹ ਰਿਪਰੈਜ਼ੈਂਟੇਸ਼ਨ ਵੀ ਦਿੱਤੀ ਮੇਰੇ ਵੱਲੋਂ ਵੀ ਦਿੱਤੀ ਗਈ ਗਵਰਨਮੈਂਟ ਨੂੰ, ਐਜ਼ ਏ ਐਸਐਮਓ ਵੀ ਦਿੱਤੀ ਗਈ ਕਿ ਇਹਨਾਂ ਦਾ ਕੁਛ ਨਾ ਕੁਛ ਤਾਂ ਤੁਸੀਂ ਕਰੋ। ਆ ਹੁਣ ਡਾਕਟਰ ਸਾਹਿਬ ਨੇ ਜਿਵੇਂ ਆਰਬੀਐਸ ਕੇ ਸਾਡੇ ਜਿਹੜੀ ਹੈਗੀ ਉਹ ਰਾਸ਼ਟਰੀ ਬਾਲ ਸਿੱਖਿਆ ਕਾਰਿਆਕ੍ਰਮ ਜਿਹਦੇ ਸਕੂਲ ਹੈਲਥ ਦੇ ਬੱਚਿਆਂ ਨੂੰ ਆਪਾਂ ਚੈੱਕ ਕਰਨਾ ਹੁੰਦਾ, ਡਰਾਈਵਰ ਰੱਖੇ ਹੋਏ ਆ ਉਹਦੇ ਤੇ। ਮੈਨੂੰ ਨਹੀਂ ਇੱਕ ਤਾਂ ਡਰਾਈਵਰ ਨੇ ਮੈਨੂੰ ਦੱਸਿਆ, ਕਹਿੰਦਾ ਜੀ ਮੈਨੂੰ 5,000 ਰੁਪਇਆ ਦਿੰਦੇ ਆ। ਮੈਂ ਉਹਦੇ ਕੋਲ ਪੁੱਛਿਆ ਮੈਂ ਤੈਨੂੰ 5,000 ਦਿੰਦੇ ਆ ਤੇ ਫਿਰ ਤੇਰਾ ਗੁਜ਼ਾਰਾ? ਕਹਿੰਦਾ ਸਰ ਜੇ ਮੈਂ ਛੱਡ ਕੇ ਚੱਲ ਜਾਵਾਂ, ਕਹਿੰਦੇ ਜੀ 4 ਵਾਲਾ ਆਉਣ ਨੂੰ ਤਿਆਰ ਹੈ, ਜਦੋਂ ਕਿ ਉਹਨਾਂ ਕੋਲੋਂ 8-8 10-10 ਹਜ਼ਾਰ ਰੁਪਇਆ ਰਿਕਾਰਡ ਵਿੱਚ ਲੈਂਦੇ ਆ, ਸਰਕਾਰ ਕੋਲੋਂ ਲੈਂਦੇ ਆ। ਲੇਕਿਨ ਉਹਨਾਂ ਨੂੰ ਉਸੇ ਤਰ੍ਹਾਂ ਤੁਸੀਂ ਦੇਖ ਲਓ ਡਰਾਈਵਰ ਰੱਖੇ ਹੋਏ ਹਨ ਆਪਣੇ, 108 ਨੰਬਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਸਰਵਿਸ ਹੈ, ਉਹਨਾਂ ਨੂੰ 9-10 ਹਜ਼ਾਰ ਰੁਪਇਆ ਜਿਹੜਾ ਹੈਗਾ ਉਹ ਦੇ ਉਹਦੇ ਤੇ 9-10 ਹਜ਼ਾਰ ਰੁਪਇਆ। ਉਸ ਤੋਂ ਮੋਰ ਇੰਪੋਰਟੈਂਟ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਦੋ ਤਰ੍ਹਾਂ ਦਾ ਪ੍ਰੋਗਰਾਮ ਆਪਣਾ ਚੱਲਦਾ। ਇੱਕ ਨੂੰ ਆਪਾਂ ਕਹਿੰਦੇ ਆ ਪ੍ਰੀਵੈਂਟਿਵ ਐਂਡ ਪ੍ਰਮੋਟਿਵ ਪ੍ਰੋਗਰਾਮ, ਇੱਕ ਹੁੰਦਾ ਕਿਊਰੇਟਿਵ ਪ੍ਰੋਗਰਾਮ। ਪ੍ਰੀਵੈਂਟਿਵ ਐਂਡ ਪ੍ਰਮੋਟਿਵ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀਆਂ ਉਹ ਤਾਂ ਹੈਗੀਆਂ ਆਸ਼ਾ ਨੂੰ ਤਾਂ ਮਿਲ ਰਿਹਾ ਸਿਰਫ ਜਿਹੜਾ ਹੈਗਾ 1,000 2,000 3,000 ਰੁਪਇਆ, ਉਹ ਵੀ ਉਹਨਾਂ ਦਾ ਕੋਈ ਫਿਕਸ ਨਹੀਂ ਹੈ। 2,000 ਰੁਪਇਆ ਹੁਣ ਪਿੱਛੇ ਜਿਹਨਾਂ ਨੇ ਫਿਕਸ ਕੀਤਾ ਸੀਗਾ, ਜਦੋਂ ਕਿ ਹਰਿਆਣੇ ਵਾਲਿਆਂ ਨੇ 3,000 ਕੀਤਾ ਹੋਇਆ। ਔਰ ਉਹਨਾਂ ਨੂੰ ਦਿਹਾੜੀ ਕਰਨੀ ਪੈਂਦੀ ਹੈ। ਜੇ ਤਾਂ 2,000 ਤੋਂ ਉਹਨਾਂ ਦੇ ਘੱਟ ਹੋਣਗੇ ਤਾਂ ਉਹਨਾਂ ਨੂੰ 2,000 ਰੁਪਇਆ ਹੁਣ ਪੰਜਾਬ ਸਰਕਾਰ ਦੇਣ ਲੱਗ ਗਈ ਹੈ। ਜੇ ਉਹਨਾਂ ਨੂੰ ਵੱਧ ਹੋਣਗੇ ਤਾਂ ਪਿਛਲਿਆਂ ਚੋਂ ਕੱਟ ਕੇ ਫਿਰ 2,000 ਦੇ ਵਿੱਚ ਵਾਧੂ ਪੈਸੇ ਦੇਣੇ। ਨਾਲ ਹੀ ਤੁਸੀਂ ਦੇਖੋ ਏਐਨਐਮਸ ਜਿਨ੍ਹਾਂ ਨੇ ਘਰ ਘਰ ਜਾਣਾ, ਜਿਨ੍ਹਾਂ ਨੇ ਉਹਨਾਂ ਦੀ ਆਸ਼ਾ ਵਰਕਰ ਦੇ ਨਾਲ ਇਕੱਠਾ ਜਿਹੜਾ ਹੈਗਾ ਸਿਸਟਮ ਉਹਨਾਂ ਦੋਨਾਂ ਦਾ ਇਕੱਠਾ ਚੱਲਦਾ, ਉਹਨਾਂ ਨੂੰ ਪਿਛਲੇ ਕਈ ਸਾਲਾਂ ਤੋਂ ਜਦੋਂ ਤੋਂ ਇਹ ਨੈਸ਼ਨਲ ਹੈਲਥ ਮਿਸ਼ਨ, ਪਹਿਲਾਂ ਨੈਸ਼ਨਲ ਰੂਰਲ ਹੈਲਥ ਮਿਸ਼ਨ ਸੀਗਾ, ਫਿਰ ਅਰਬਨ ਮਿਸ਼ਨ, ਹੁਣ ਇਹ ਨੈਸ਼ਨਲ ਹੈਲਥ ਮਿਸ਼ਨ ਆਪਾਂ ਗੱਲ ਕਰਦੇ ਹਾਂ, ਇਹਨਾਂ ਨੂੰ 2006 7 8 ਦੇ ਵਿੱਚ ਭਰਤੀ ਕੀਤਾ ਔਰ ਇਹ 6-6 ਹਜ਼ਾਰ ਰੁਪਏ ਤੇ ਭਰਤੀ ਕੀਤਾ। ਹੁਣ ਵੱਧ ਤੋਂ ਵੱਧ ਜਿਹੜਾ 10,000 9,000 ਇਸ ਦੇ ਵਿੱਚ ਉਹ ਸਾਰੇ ਡਿਪਾਰਟਮੈਂਟ ਜਿਹੜੇ ਤੁਸੀਂ ਡਿਸਕ੍ਰਾਈਬ ਕਰ ਰਹੇ ਹੋ ਆ ਜਾਂਦੇ ਆ। ਇਹ ਸਾਰੇ ਆਣ ਕੇ ਵਿੱਚ ਇਹ ਸਾਰੇ ਵੇਰੀ ਕਰਦੇ ਆ। 15,000 ਤੋਂ ਉੱਪਰ ਹੈ ਨਹੀਂ ਕੋਈ ਵੀ। ਅੱਛਾ, ਉਸ ਤੋਂ ਹਾਂ ਉਸ ਤੋਂ ਸਭ ਨੀਚੇ ਹੈ ਔਰ ਪਿਛਲੇ 10-10 15 ਸਾਲਾਂ ਤੋਂ ਹੈ। ਔਰ ਕਈ ਲੋਕ ਜਿਹੜੇ ਹੈਗੇ ਨੇ ਜਿਹੜਾ ਥੋੜਾ ਉਸ ਟਾਈਮ ਤੇ ਏਜ ਦੇ ਵਿੱਚ ਐਂਟਰ ਕਰ ਗਏ ਸੀ, ਹੁਣ ਵੀ ਇਹ ਜਿਹੜੀ ਗੱਲ ਕਹਿ ਰਹੇ ਆ ਕਿ ਅਸੀਂ 4245 ਦੇ ਵਿੱਚੋਂ 2900 ਪੋਸਟਾਂ ਹੁਣ ਇਹਨਾਂ ਨੇ ਭਰਨੀਆਂ ਨੇ। 800 ਜਿਹੜੀਆਂ ਹੈਗੀਆਂ 850 ਬਾਅਦ ਚ ਜਿਹੜੀਆਂ ਹੈਗੀਆਂ ਨੇ, ਜਦੋਂ 30 ਸਤੰਬਰ ਦੀ ਗੱਲ ਹੋ ਰਹੀ ਹੈ, 350 ਜਿਹੜੀਆਂ ਹੈਗੀਆਂ ਨੇ ਉਹ ਡੀਆਰਐਮਈ ਨਾਲ ਸੰਬੰਧਿਤ ਨੇ। ਇਹ ਪੋਸਟਾਂ ਦੇ ਵਿੱਚ ਵੀ ਜਿਹੜੀਆਂ ਕੁੜੀਆਂ ਹੁਣ ਦੀ ਘੜੀ 45 ਸਾਲ ਤੋਂ ਉੱਪਰ ਹੋ ਚੁੱਕੀਆਂ ਨੇ, ਉਹਨਾਂ ਨੇ ਸਰਕਾਰ ਦਾ ਕੀ ਵਿਗਾੜਿਆ ਵੀ? ਕਿਉਂ ਨਹੀਂ? ਜੇ ਇਹਨਾਂ ਨੇ ਕੁਝ ਵੀ ਕਰ, ਪਹਿਲੀ ਗੱਲ ਤਾਂ ਜਿਹੜਾ ਇਹ ਟੈਸਟ ਕਰਦੇ ਨੇ ਇਹ ਬਿਲਕੁਲ ਗਲਤ ਹੈਗਾ। ਇਹਨਾਂ ਨੂੰ ਪਹਿਲਾਂ ਰੈਗੂਲਰ ਬੰਦੇ ਜਿਹੜੇ ਜਿੰਨੇ ਵੀ ਆਪਣੇ ਸਟਾਫ ਜਿਹੜਾ ਹੁਣ ਦੀ ਘੜੀ ਹੈਗਾ ਉਹਨੂੰ ਸਨੋਟੀ ਵਾਈਜ਼ ਉਹਨਾਂ ਨੂੰ ਰੈਗੂਲਰ ਕਰ ਦੇਣਾ ਚਾਹੀਦਾ। ਮੈਨੂੰ ਇਦਾਂ ਲੱਗ ਰਿਹਾ ਸਰਕਾਰ ਨੂੰ ਸ਼ਾਇਦ ਹੁਣ ਜਿਹੜਾ ਕਰੋਨਾ ਕਾਲ ਹੈ ਇਸ ਦੇ ਵਿਚਕਾਰ ਮਹਿਸੂਸ ਹੋਇਆ ਕਿ ਸਾਡੇ ਕੋਲ ਹੈਲਥ ਸਿਸਟਮ ਦੀ ਕਮੀ ਹੈ। ਨਹੀਂ, ਇਹਨਾਂ ਨੂੰ ਤੁਸੀਂ ਦੇਖੋ ਵੀ ਬਾਰਡਰ ਤੇ ਟੀਚਰਸ ਦੀ ਡਿਊਟੀ ਲਾਈ ਹੋਈ ਹੈ ਫਾਰਮ ਭਰਨ ਦੇ ਲਈ, ਉੱਥੇ ਮੈਡੀਕਲ ਸਟਾਫ ਦੀ ਜ਼ਰੂਰਤ ਹੈ। ਨਹੀਂ ਇਹਨਾਂ ਨੂੰ ਮਹਿਸੂਸ ਕੁਝ ਨਹੀਂ ਹੋਇਆ। ਇਹਨਾਂ ਨੇ ਹੁਣ ਫਿਰ ਘਪਲੇਬਾਜ਼ੀਆਂ ਕਰਨੀਆਂ ਨੇ ਵਿੱਚ ਜਿਹੜੀਆਂ ਹੈਗੀਆਂ ਨੇ, ਪਹਿਲਾਂ ਵੀ ਕਰਦੇ ਆ। ਜਦੋਂ ਮੈਂ ਇੱਕ ਵਰਡ ਯੂਜ਼ ਕੀਤਾ ਸੀ ਆਊਟਸੋਰਸ, ਉਹਦੇ ਚ ਆਊਟਸੋਰਸ ਤੋਂ ਇਲਾਵਾ ਏਜੰਸੀ ਨੂੰ ਤਾਂ ਦਿੱਤਾ ਹੀ ਹੋਇਆ। ਉੱਥੇ ਕੀ ਕਰਦੇ ਆ, ਪੋਸਟਾਂ ਰੱਖ ਲੀਆਂ ਔਰ ਐਡ ਕਰਤੀਆਂ। ਉਹਦੇ ਚ ਕਈ ਸਾਰੀਆਂ ਪੋਸਟਾਂ ਡੀਸੀ ਦੇ ਥਰੂ ਨੇ ਜੀ, ਕਈ ਜਿਹੜੀਆਂ ਹੈਗੀਆਂ ਨੇ ਜੀ ਉਹ ਐਸਐਮਓ ਦੇ ਥਰੂ ਨੇ ਜੀ, ਕਈ ਪੋਸਟਾਂ ਜਿਹੜੀਆਂ ਹੈਗੀਆਂ ਨੇ ਜੀ ਉਹ ਕਾਰਪੋਰੇਸ਼ਨ ਦੇ ਥਰੂ ਨੇ। ਉੱਥੇ ਕੀ ਕਰਦੇ ਆ, ਪਿੱਛੋਂ ਦੀ ਵਾੜ ਲੈਂਦੇ ਆ, ਪਤਾ ਲੱਗ ਜਾਂਦਾ, ਕਹਿੰਦੇ ਜੀ ਆਹ ਬੰਦਾ ਮੇਰਾ ਹੀ ਰੱਖਣਾ, ਭਾਵੇਂ ਅਗਲਾ ਦੂਸਰਾ ਬੰਦਾ ਜਿਹੜਾ ਹੈਗਾ ਉਹ ਕੁਆਲੀਫਾਈ ਕਰਦਾ ਹੋਵੇ ਜਾਂ ਨਾ ਕਰਦਾ ਹੋਵੇ। ਇੱਥੇ ਵੀ ਹੁਣ ਇਹਨਾਂ ਨੇ ਇਸੇ ਤਰ੍ਹਾਂ ਹੀ ਕਰਨਾ ਵਿੱਚ ਜਿਹੜਾ ਹੈਗਾ। ਜਿਹੜੀ ਸਰਕਾਰ ਰੋਜ਼ ਇਹ ਨਾਅਰੇ ਲਗਾਉਂਦੀ ਹੈ ਕਿ ਬੇਟੀ ਬਚਾਓ ਬੇਟੀ ਪੜ੍ਹਾਓ, ਫਿਰ ਕਹਿੰਦੀ ਹੈ ਪੰਜਾਬ ਸਰਕਾਰ ਨੇ ਕਾਫੀ ਵੱਡੇ ਬੋਰਡ ਨੇ ਜਿਹੜੇ ਸੜਕਾਂ ਦੇ ਕਿਨਾਰੇ ਲਗਾਏ ਹੋਏ ਨੇ। ਜਦੋਂ ਇਹ ਗੱਲ ਸਟਾਰਟ ਹੋਈ ਸੀ ਕਿ ਕੁੜੀਆਂ ਨੂੰ ਸੁਰੱਖਿਆ ਚਾਹੀਦੀ ਹੈ, ਔਰ ਇਹ ਕਿਸ ਸੁਰੱਖਿਆ ਦੀ ਗੱਲ ਕਰਦੇ ਆ ਅੱਜ ਆਪਾਂ? ਜਿਹੜੀ ਸਾਡੀ ਬੇਟੀ ਜਾਂ ਭੈਣ ਜਿਹੜੀ ਘਰੋਂ ਚਲਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ, ਸਰਵਿਸ ਕਰਨੀ ਕੋਈ ਸੌਖਾ ਜਿਹਾ ਕੰਮ ਨਹੀਂ ਹੈ। ਮੇਰੇ ਕੋਲ ਹੁਣੇ ਥੋੜੇ ਦਿਨ ਪਹਿਲਾਂ ਇੱਕ LHV ਦਾ ਫੋਨ ਆ ਰਿਹਾ ਸੀਗਾ, ਸਰ ਮੈਂ ਵਿਡੋ ਹੈਗੀ ਆ, ਮੇਰੀ ਗੱਲ ਹੀ ਨਹੀਂ ਸੁਣਦਾ ਕੋਈ ਵੀ, ਅੰਮ੍ਰਿਤਸਰ ਦੀ ਰਹਿਣ ਵਾਲੀ, ਤੇ ਨਵਾਂ ਸ਼ਹਿਰ ਦੇ ਵਿੱਚ ਵੀ ਇਧਰਲੇ ਪਾਸੇ ਬਲਾਚੌਰ ਉਸ ਨੂੰ ਲਗਾਇਆ ਹੋਇਆ। ਦੱਸੋ ਉਹ ਕੀ
ਇੱਕ ਵਿਡੋ ਲੇਡੀ ਜਿਹੜੀ ਹੈ ਉਸ ਨੂੰ ਤੁਸੀਂ ਘਰੋਂ, ਉਹ ਕਹਿ ਰਹੀ ਸੀ ਕਿ ਪਿਛਲੇ ਮਹੀਨੇ ਅਜੇ ਤੱਕ ਉਹਦੇ ਬੇਟੇ ਦੀ ਵੀ ਡੈਥ ਹੋ ਗਈ, 30-31 ਸਾਲ ਦਾ ਬੇਟਾ ਸੀਗਾ, ਲੇਕਿਨ ਕਹਿੰਦਾ ਮੇਰੀ ਸਰਕਾਰ ਗੱਲ ਹੀ ਨਹੀਂ ਸੁਣਦੀ। LHV ਇੱਕ ਐਸੀ ਪੋਸਟ ਹੈਗੀ ਹੈ ਜਿੱਥੇ ਉਹਨਾਂ ਨੂੰ ਕਿਤੇ ਵੀ ਅਡਜਸਟ ਕੀਤਾ ਜਾ ਸਕਦਾ ਜਦੋਂ ਉਹਦੀ ਕੋਈ ਪ੍ਰੋਬਲਮ ਹੈਗੀ ਹੈ, ਲੇਕਿਨ ਪ੍ਰੋਬਲਮ ਤਾਂ ਸੁਣਨ ਨੂੰ ਤਿਆਰ ਹੀ। ਸਰਕਾਰ ਨੂੰ ਤਾਂ ਚਾਹੀਦਾ, ਮੈਂ ਪਹਿਲਾਂ ਇੱਕ ਵਰਡ ਯੂਜ਼ ਕਰਦਾ ਹੁੰਦਾ ਕਿ ਬਦਲੀਆਂ ਜਿਹੜੀਆਂ ਨੇ ਸਰਕਾਰ ਦਾ ਸਭ ਤੋਂ ਵੱਡਾ ਧੰਦਾ ਹੈ, ਔਰ ਇਹ ਪੈਸੇ ਲੈ ਬਦਲੀਆਂ ਕਰਦੇ ਨੇ, ਇਹਨਾਂ ਨੂੰ ਕੋਈ ਇਸ ਤਰ੍ਹਾਂ ਦੀ। ਸੋ ਮੇਰਾ ਐਕਚੁਅਲੀ ਮੈਂ ਉਹੀ ਗੱਲ ਮੈਂ ਕਹਿਣ ਲੱਗਿਆ ਸੀਗਾ ਕਿ ਇਹਨਾਂ ਨੇ ਸਟਾਫ ਨੂੰ ਇੰਨੇ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ। ਇੱਕ ਨੂੰ ਕਹਿੰਦੇ ਆ ਜੀ ਇਹ ਡਾਇਰੈਕਟਰ ਹੈਲਥ ਵਾਲਾ ਹੈ, ਦੂਸਰੇ ਨੂੰ ਕਹਿੰਦੇ ਆ ਜੀ ਇਹ ਕਾਰਪੋਰੇਸ਼ਨ ਵਾਲਾ ਹੈ, ਤੀਸਰੇ ਨੂੰ ਕਹਿੰਦੇ ਆ ਜੀ ਇਹ NHM ਵਾਲਾ ਹੈ, ਚੌਥੇ ਨੂੰ ਕਹਿੰਦੇ ਆ ਜੀ ਇਹ ਡੇਲੀ ਵੇਜ ਵਾਲਾ ਹੈ, ਪੰਜਵੇਂ ਨੂੰ ਕਹਿਣਗੇ ਜੀ ਇਹ ਆਊਟਸੋਰਸ ਹੈ, ਛੇਵੇਂ ਨੂੰ ਕਹਿਣਗੇ ਜੀ ਇਹ SMO ਰੱਖ ਲਵੇ, DC ਰੱਖ ਲਵੇ। ਇੰਨੀਆਂ ਸਾਰੀਆਂ ਕੈਟਾਗਰੀਜ਼ ਦੇ ਵਿੱਚ ਵੰਡ ਕੇ ਹਰ ਇੱਕ ਸਟਾਫ ਜਿਹੜਾ ਅੱਜ ਦੀ ਡੇਟ ਦੇ ਵਿੱਚ ਜਿਹੜੇ 60-70% ਲੋਕ ਜਿਹੜੇ ਨੇ, ਜਿਹਦੇ ਚੋਂ ਸਾਡੇ ਸਾਰੇ ਸਟਾਫ ਦੇ ਵਿੱਚੋਂ 60-70% ਫੀਮੇਲ ਸਟਾਫ ਹੈ। ਤੇ ਪੰਜਾਬ ਸਰਕਾਰ ਜਾਂ ਤਾਂ ਬੇਟੀ ਬਚਾਓ ਬੇਟੀ ਪੜਾਓ ਦਾ ਨਾਰਾ ਵਾਪਸ ਲੈ ਲਵੇ, ਜਾਂ ਇਹ ਜਿਹੜੇ ਚੀਫ ਮਿਨਿਸਟਰ ਜੀ ਕਹਿੰਦੇ ਆ ਕਿ ਅਸੀਂ ਪੰਜਾਬ ਦੀਆਂ ਬੇਟੀਆਂ ਨੂੰ ਬਚਾਉਣਾ, ਉਹ ਆਪਣੇ ਫਲੈਕਸ ਹਟਾ ਲੈਣ ਜਾਂ ਫਿਰ ਉਹਨਾਂ ਨੂੰ ਸੁਰੱਖਿਆ ਦੇ ਦੇਣ। ਮੈਂ ਵਾਪਸ ਆਨੀ ਤੁਹਾਡੇ ਕੋਲ ਡਾਕਟਰ ਰਾਣਾ, ਅਗਰ ਗੱਲ ਕਰੀਏ ਤਾਂ ਹੁਣ 27 ਜੁਲਾਈ ਨੂੰ ਜਿੱਥੇ ਤੱਕ ਮੇਰੇ ਕੋਲ ਜਾਣਕਾਰੀ ਨਿਕਲ ਕੇ ਆਈ ਹੈ ਕਿ ਵੱਡੇ ਪੱਧਰ ਤੇ ਪ੍ਰਦਰਸ਼ਨ ਦੇਣ ਜਾ ਰਹੇ ਹੋ, ਪਹਿਲਾਂ ਕਿੰਨੇ ਕੁ ਵਾਰ ਤੁਹਾਡੀ ਗੱਲ ਹੋਈ ਹੈ ਔਰ ਕਿੰਨਾ ਕੀ ਕੁਝ ਤੁਹਾਨੂੰ ਸਰਕਾਰ ਦੇ ਵੱਲੋਂ ਜਾਂ ਉਹਨਾਂ ਦੇ ਨੁਮਾਇੰਦਿਆਂ ਦੇ ਵੱਲੋਂ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਨਾਲ ਤੁਹਾਡੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ, ਕੀ ਕਹੋਗੇ? ਡਾਕਟਰ ਮੁਲਤਾਨੀ ਨੇ ਬੜੀ ਡਿਟੇਲ 'ਚ ਦੱਸਿਆ ਹੈਗਾ। ਵੈਸੇ ਵੀ ਕ੍ਰਾਂਤੀਕਾਰੀ ਹੈਗੇ, ਹਮੇਸ਼ਾ ਤੋਂ ਮੁਲਾਜ਼ਮਾਂ ਦੇ ਮੁੱਦੇ ਲੈ ਕੇ ਅੱਗੇ ਆਉਂਦੇ ਰਹਿੰਦੇ ਆ, ਚਾਹੇ ਜਦੋਂ ਸਰਕਾਰ 'ਚ ਵੀ ਸੀ। ਤੇ ਮੈਂ ਕਹਿਣਾ ਚਾਹੂੰਗਾ ਸਰਕਾਰ ਨੇ ਸਾਡੇ ਨਾਲ ਬਹੁਤ ਸਾਰੀਆਂ ਮੀਟਿੰਗਸ ਕੀਤੀਆਂ ਜੀ। ਹਰ ਮੀਟਿੰਗ ਦੇ ਵਿੱਚ ਇੱਕ ਲਾਰਾ ਲਗਾ ਕੇ ਛੱਡ ਦਿੱਤਾ ਜਾਂਦਾ ਕਿ ਹੁਣ ਤੁਹਾਨੂੰ ਅਸੀਂ ਰੈਗੂਲਰ ਕਰ ਰਹੇ ਹਾਂ, ਹੁਣ ਤੁਹਾਡੀਆਂ ਅਸੀਂ ਸੈਲਰੀਆਂ ਵਧਾ ਰਹੇ ਹਾਂ, ਹੁਣ ਅਸੀਂ ਤੁਹਾਨੂੰ ਜਿਹੜਾ ਬੀਮਾ ਦੇ ਰਹੇ ਹਾਂ ਕਿ ਜੇ ਤੁਹਾਨੂੰ ਕਿਸੇ ਬੰਦੇ ਨੂੰ ਕੁਝ ਹੋ ਜਾਂਦਾ ਤੇ ਉਹਦੇ ਐਵਜ ਦੇ ਵਿੱਚ ਅਜੇ ਤੱਕ ਸਾਡੀ ਕੋਈ ਪਾਲਿਸੀ ਨਹੀਂ ਬਣੀ। ਪਿਛਲੇ 6 ਸਾਲਾਂ ਤੋਂ ਰੈਗੂਲਰ ਮੀਟਿੰਗਸ ਹੋ ਰਹੀਆਂ ਸਰਕਾਰ ਨਾਲ ਕਿ ਸਾਡੀ ਪਾਲਿਸੀ ਬਣੀ ਜਾਏ, ਜਿਹੜਾ ਕੋਈ ਔਨ ਡਿਊਟੀ ਬੰਦੇ ਦੀ ਡੈਥ ਹੋ ਜਾਂਦੀ ਹੈ, ਤੇ ਪਠਾਨਕੋਟ 'ਚ ਇੱਕ ਲੜਕੀ ਦੀ ਡੈਥ ਹੋ ਗਈ, ਫਤਿਹਗੜ੍ਹ ਸਾਹਿਬ 'ਚ ਇੱਕ ਲੜਕੇ ਦੀ ਡੈਥ ਹੋ ਗਈ, ਇਸੇ ਤਰ੍ਹਾਂ 3-4 ਹੋਰ ਜ਼ਿਲ੍ਹਿਆਂ 'ਚ ਵੀ ਡੈਥ ਹੋ ਗਈਆਂ ਸਾਡੇ। ਪਰ ਸਰਕਾਰ ਨੂੰ ਜਦੋਂ ਅਸੀਂ ਜਾ ਕੇ ਮਿਲਦੇ ਆ, ਉਹ ਕਹਿੰਦੇ ਜੀ ਤੁਹਾਡੀ ਇਮੀਡੀਏਟਲੀ ਆਪਾਂ ਫਾਈਲ ਤਿਆਰ ਕਰ ਲਈ ਹੈ, ਪ੍ਰੋਸੀਜਰ ਸ਼ੁਰੂ ਕਰਨ ਲੱਗੇ ਆ ਜੀ। ਅਸੀਂ ਫਾਲੋ ਅਪ ਲੈਂਦੇ ਆ, ਉਹ ਕਿਤੇ ਵੀ ਪ੍ਰੋਸੀਜਰ ਉੱਥੇ ਦੀ ਉੱਥੇ ਰੁਕ ਜਾਂਦਾ। ਇਹ ਸਾਰਾ ਮੈਂ ਸਮਝਣਾ ਚਾਹਾਂਗੀ ਡਾਕਟਰ ਰਾਣਾ, ਅਗਰ ਗੱਲ ਕਰੀਏ ਸਾਰਾ ਕੰਟਰੈਕਟ ਬੇਸ ਤੇ ਜਾਂ ਫਿਰ ਪੱਕੇ, ਸਿਰਫ ਕੰਟਰੈਕਟ ਬੇਸ ਤੇ ਪੱਕੇ ਹੋਣ ਦੀ ਮੰਗ ਹੋ ਰਹੀ ਹੈ, ਯਾਨੀ ਕਿ ਉਸ ਦੇ ਲਈ ਸਰਕਾਰ ਨੂੰ ਕੀ ਲੱਗਦਾ ਹੈ ਇੱਕ ਕੰਟਰੈਕਟ ਬੇਸ? ਡਾਕਟਰ ਮੁਲਤਾਨੀ, ਅਗਰ ਗੱਲ ਕਰੀਏ ਤਾਂ ਲੱਗਦਾ ਇਸ ਤਰ੍ਹਾਂ ਦੇ ਨਾਲ ਕਿ ਵਿਚਕਾਰ ਆ ਜਾਂਦਾ, ਨਾ ਤਾਂ ਤੁਸੀਂ ਇੱਧਰ ਦੇ ਨਾ ਉੱਧਰ ਦੇ। ਜੀ ਡਾਕਟਰ ਰਾਣਾ। ਬਿਲਕੁਲ ਇਹਦੇ ਵਿੱਚ ਇਦਾਂ ਹੈਗਾ ਜੀ, ਸਰਕਾਰ ਨੇ ਜਿਹੜੀਆਂ ਭਰਤੀਆਂ ਕੀਤੀਆਂ ਉਹ 3 ਤਰ੍ਹਾਂ ਦੀਆਂ ਭਰਤੀਆਂ ਮੋٹے ਤੌਰ ਤੇ। ਇੱਕ ਤੇ ਰੈਗੂਲਰ ਸਟਾਫ ਹੈਗਾ, ਇੱਕ ਕੰਟਰੈਕਟ ਤੇ NHM ਦੇ ਵਿੱਚ ਜਿਹੜਾ ਗਵਰਨਮੈਂਟ ਨੇ ਡਾਇਰੈਕਟ ਕੀਤਾ, ਤੀਸਰਾ ਡਾਕਟਰ ਮੁਲਤਾਨੀ ਜੀ ਨੇ ਜਿਸ ਤਰ੍ਹਾਂ ਦੱਸਿਆ ਕਿ ਆਊਟਸੋਰਸਿੰਗ ਤੇ ਹੈਗਾ। ਜਿਹੜਾ ਕੰਟਰੈਕਟ ਤੇ NHM ਦੇ ਵਿੱਚ ਨੈਸ਼ਨਲ ਹੈਲਥ ਮਿਸ਼ਨ ਦੇ ਵਿੱਚ ਸਟਾਫ ਰੱਖਿਆ ਪਿਆ, ਉਹ ਸਾਰਾ ਦਾ ਸਾਰਾ ਜਿਹੜਾ ਸਟਾਫ ਹੈਗਾ ਉਹ ਪ੍ਰੋਪਰ ਵੇ ਨਾਲ ਆਇਆ। ਉਹਨਾਂ ਦੀ ਬਕਾਇਦਾ ਐਡ ਨਿਕਲੀ ਹੈ, ਐਡ ਦੇ ਵਿੱਚ ਲੋਕਾਂ ਅਪਲਾਈ ਕੀਤਾ, ਅਪਲਾਈ ਕਰਨ ਤੋਂ ਬਾਅਦ ਜਿਹੜੇ ਲੋਕੀ ਕੰਪੀਟੀਸ਼ਨ, ਉਸ ਤੋਂ ਬਾਅਦ ਪੇਪਰ ਹੋਇਆ, ਐਗਜ਼ਾਮ ਹੋਇਆ, ਜਿਹੜੇ ਲੋਕੀ ਕੰਪੀਟੀਸ਼ਨ ਪਾਸ ਕਰ ਗਏ, ਉਹਦੀ ਇੰਟਰਵਿਊ, ਮੈਡੀਕਲ, ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਉਹਨਾਂ ਨੂੰ ਰੱਖਿਆ ਗਿਆ, ਜੋ ਗਵਰਨਮੈਂਟ ਦਾ ਪ੍ਰੋਸੀਜਰ ਹੁੰਦਾ ਜੀ। ਉਹ ਸਾਰੇ ਦੇ ਸਾਰੇ ਲੋਕ ਜਿਹੜੇ ਪਿਛਲੇ 10 ਤੋਂ 12 ਸਾਲਾਂ ਦੇ ਵਿੱਚ, ਮੋਟੀਆਂ ਭਰਤੀਆਂ ਜਿਹੜੀਆਂ 12 ਸਾਲ ਪਹਿਲਾਂ ਹੋਈਆਂ ਸੀ, ਵੈਸੇ ਕੁਝ ਲੋਕ 15-16 ਸਾਲ ਪੁਰਾਣੇ ਵੀ ਹੈਗੇ, ਠੀਕ ਹੈ, ਉਹਨਾਂ ਸਾਰਿਆਂ ਨੂੰ ਇਹਨਾਂ ਨੇ ਰੱਖ ਲਿਆ ਤੇ ਇਹਨਾਂ ਕੋਲ ਉਸੇ ਤਰ੍ਹਾਂ ਕੰਮ ਲੈ ਰਹੇ ਜਿਸ ਤਰ੍ਹਾਂ ਕਿ ਰੈਗੂਲਰ ਸਟਾਫ ਕੋ ਲੈ ਰਹੇ, ਈਵਨ ਕਿ ਇਹਨਾਂ ਤੋਂ ਜ਼ਿਆਦਾ ਕੰਮ ਲਿਆ ਜਾ ਰਿਹਾ, ਜ਼ਿਆਦਾ ਕੰਮ ਲਿਆ ਜਾ ਰਿਹਾ। ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਗਾਈਡਲਾਈਨਸ ਹੈਗੀਆਂ, ਜਿਹੜੀ ਕਾਮਨ ਰਿਵਿਊ ਮਿਸ਼ਨ ਦੀ ਰਿਪੋਰਟ ਹੈਗੀ ਹੈ, ਉਹ ਇਹ ਕਹਿੰਦੀਆਂ ਹੈਗੀਆਂ ਕਿ ਤੁਸੀਂ ਜਿਸ EMPLOYE ਨੂੰ ਜੋਬ ਸਿਕਿਉਰਿਟੀ ਨਹੀਂ ਦੇ ਸਕਦੇ, ਉਹਨੂੰ ਘੱਟੋ ਘੱਟ ਸੈਲਰੀ ਜ਼ਿਆਦਾ ਦਿਵੋ, ਤਾਂ ਕਿ ਉਹਦੀ ਜੇ ਜੋਬ ਸਿਕਿਉਰਿਟੀ ਨਹੀਂ ਹੈਗੀ ਤਾਂ ਉਹਦੀ ਸੈਲਰੀ ਜ਼ਿਆਦਾ ਹੋਣੀ ਚਾਹੀਦੀ। ਪਰ ਗਵਰਨਮੈਂਟ ਨਾ ਤੇ ਸੈਲਰੀ ਜ਼ਿਆਦਾ ਦੇ ਰਹੀ ਹੈ, ਨਾ ਜੋਬ ਸਿਕਿਉਰਿਟੀ ਦੇ ਰਹੀ ਹੈ, ਨਾ ਹੀ ਕਿਸੇ ਤਰ੍ਹਾਂ ਦਾ ਉਹਨਾਂ ਲਈ ਬੀਮਾ ਹੈਗਾ ਵੀ ਜੇ ਕਿਸੇ ਬੰਦੇ ਦੀ ਡਿਊਰਿੰਗ ਜੋਬ ਡੈਥ ਹੋ ਜਾਂਦੀ ਹੈ ਤੇ ਉਸ ਬੰਦੇ ਦੇ ਪਰਿਵਾਰ ਲਈ, ਉਸ ਬੰਦੇ ਦੇ ਕਿਸੇ ਬੱਚੇ ਨੂੰ ਕੋਈ ਜੋਬ ਦੀ ਪ੍ਰੋਵੀਜ਼ਨ ਦਿੱਤੀ ਜਾਏ, ਜਾਂ ਉਹਨਾਂ ਨੂੰ ਕੋਈ ਐਕਸਟਰਾ ਬੈਨੀਫਿਟ ਦਿੱਤਾ ਜਾਏ, ਜਾਂ ਉਹਨਾਂ ਨੂੰ ਕੋਈ ਮਨੀ ਜਿਹੜੀ ਆ ਉਹ ਗਵਰਨਮੈਂਟ ਵੱਲੋਂ ਕੁਝ ਪ੍ਰੋਵਾਈਡ ਕਰਾਇਆ ਜਾਵੇ। ਤੀਸਰੀ ਜਿਹੜੀ ਅਹਿਮ ਗੱਲ ਹੈਗੀ, ਪਿਛਲੇ ਅਸੀਂ 8 ਸਾਲਾਂ ਤੋਂ ਦੇਖ ਰਹੇ ਹਾਂ, ਗਵਰਨਮੈਂਟ ਇੱਕ ਨਾ ਬੜਾ ਵੱਡਾ ਝੂਠ ਬੋਲ ਕੇ ਲਾਰੇ ਲਗਾਉਂਦੀ, ਅਸੀਂ ਤੁਹਾਡੇ ਸਾਰੇ ਕੰਟਰੈਕਟ ਲਈ ਇੱਕ ਪਾਲਿਸੀ ਬਣਾ ਰਹੇ ਹਾਂ ਰੂਲਸ ਦੀ। ਠੀਕ ਹੈ, ਅੱਜ ਦੀ ਡੇਟ 'ਚ ਅਸੀਂ ਜੇ ਕੋਰਟ 'ਚ ਜਾਂਦੇ ਆ ਤੇ ਅਸੀਂ ਕੋਈ ਚੀਜ਼ ਦੀ ਡਿਮਾਂਡ ਕਰਦੇ ਆ, ਅਸੀਂ ਬਿਲਕੁਲ ਜੇ ਸਹੀ ਵੀ ਹੁੰਦੇ ਆ ਤੇ ਸਾਡੇ ਰੂਲਸ ਹੀ ਨਹੀਂ ਹੈਗੇ, ਜਿਹੜੇ ਕੰਟਰੈਕਟ ਵਾਲੇ ਮੁਲਾਜ਼ਮਾਂ ਦੇ ਰੂਲਸ ਹੀ ਨਹੀਂ ਹੈਗੇ। ਇਹ ਪਿਛਲੀ ਵਾਰੀ ਸਰਵੇਸ਼ ਕੌਸ਼ਲ ਜੀ ਜਦੋਂ ਪਿਛਲੀ ਸਰਕਾਰ ਦੇ ਵਿੱਚ, ਉਦੋਂ ਰੂਲਸ ਬਣਨੇ ਸ਼ੁਰੂ ਹੋਏ ਸੀਗੇ। ਕੈਪਟਨ ਸਾਹਿਬ ਨੇ
ਸੱਤਾ 'ਚ ਆਉਣ ਤੋਂ ਪਹਿਲਾਂ ਸਾਡੇ ਨਾਲ ਮਿਲ ਕੇ ਵੱਡਾ ਪ੍ਰੋਮਿਸ ਕੀਤਾ ਜੀ ਅਸੀਂ ਵੀ ਸਭ ਤੋਂ ਪਹਿਲਾ ਕੰਮ ਤੁਹਾਨੂੰ ਰੈਗੂਲਰ ਕਰਨ ਦਾ ਕੀਤਾ ਜਾਊਗਾ। ਪਿਛਲੀ ਸਰਕਾਰ ਸਾਡੇ ਬਹੁਤ ਪ੍ਰੋਟੈਸਟ ਤੋਂ ਬਾਅਦ ਇੱਕ ਐਕਟ ਨੂੰ ਲੈ ਕੇ ਆਈ ਸੀਗੀ, ਕੰਟਰੈਕਟ ਦੇ ਐਕਟ ਨੂੰ ਲੈ ਕੇ ਆਈ ਸੀ ਵੀ ਤੁਹਾਨੂੰ ਅਸੀਂ ਰੈਗੂਲਰ ਕਰਕੇ ਜਾਵਾਂਗੇ। ਅੱਛਾ, ਉਹ ਸਰਕਾਰ ਨੇ ਉਹ ਐਕਟ ਨੂੰ ਰੋਕ ਲਿਆ। ਹੁਣ ਇਹ ਸਰਕਾਰ ਵੀ ਉਸ ਐਕਟ ਨੂੰ ਰੋਕੀ ਬੈਠੀ ਹੈ। ਸੀਐਮ ਸਾਹਿਬ ਕਿਸੇ ਨੂੰ ਮਿਲ ਕੇ ਰਾਜੀ ਨਹੀਂ ਹੈਗੇ। ਜਿਹੜੀਆਂ ਮੀਟਿੰਗਸ ਹੈਗੀਆਂ, ਪਹਿਲੀ ਗੱਲ ਤੇ ਇਸ ਗਵਰਨਮੈਂਟ ਨੂੰ ਅਪਰੋਚ ਕਰਨਾ ਹੀ ਸਭ ਤੋਂ ਡਿਫਿਕਲਟ ਹੈ। ਦੂਸਰੀ ਗੱਲ ਜਿਹੜੀ ਅਹਿਮ ਹੈਗੀ ਹੈ ਕਿ ਜਿਹੜੇ ਇੰਪਲਾਈਜ਼ ਅੱਜ ਕਰੋਨਾ ਦੇ ਕਾਲ ਦੇ ਵਿੱਚ ਆਪਣਾ ਦੇਸ਼ ਸਮਝਦੇ ਹੋਏ, ਆਪਣੀ ਸਟੇਟ ਸਮਝਦੇ ਹੋਏ ਦਿਨ ਰਾਤ ਮਤਲਬ ਆਪਣੀ ਜ਼ਿੰਦਗੀ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸ਼ਾਇਦ ਹੁਣ ਕਿਉਂਕਿ ਅਸੀਂ ਵੀ ਅੱਜ ਚਰਚਾ ਹੋ ਸਕਦਾ ਤਾਈਓ ਕਰਦੇ ਹੋਈਏ ਕਿਉਂਕਿ ਅੱਜ ਕੋਰੋਨਾ ਕਾਲ ਹੈ, ਇਸ ਵੇਲੇ ਲੋੜ ਹੋ ਰਹੀ ਹੈ, ਮਹਿਸੂਸ ਹੋ, ਜਿਸ ਤਰ੍ਹਾਂ ਦੇ ਮੈਂ ਪਹਿਲਾਂ ਐਗਜ਼ਾਮਪਲ ਦਿੱਤੀ, ਬਾਰਡਰਸ ਤੇ ਜਿਹੜੇ ਨੇ ਉਹ ਬੈਠੇ ਨੇ, ਟੀਚਰਸ ਬੈਠੇ ਨੇ, ਜਦਕਿ ਉੱਥੇ ਮੈਡੀਕਲ ਸਟਾਫ ਬੰਦਾ ਹੈ। ਇਸ ਵੇਲੇ ਲੋੜ ਮਹਿਸੂਸ ਹੋ ਰਹੀ ਹੈ ਕਿ ਉਹ ਵਰਕਰ ਜਿਹੜੇ ਨੇ ਉਹ ਘੱਟ ਨੇ ਸਾਡੇ ਕੋਲ। ਹੋਰ ਭਰਤੀਆਂ ਫਿਰ ਕਿਉਂ ਹੋ ਰਹੀਆਂ ਨੇ ਜੋ ਪਹਿਲਾਂ ਵਾਲੇ ਜਿਹਨੇ ਨਾ ਘੱਟ ਨੇ ਨਾ ਕਾਫੀ ਨੇ? ਇਹ ਵੀ ਮੈਂ ਜਾਣਾਂਗੀ, ਮੈਂ ਵਾਪਸ ਆਵਾਂਗੀ ਇੰਦਰਜੀਤ ਤੁਹਾਡੇ ਕੋਲ। ਸੋ ਡਾਕਟਰ ਮੁਰਤਾਲੀ, ਤੁਹਾਡੇ ਤੋਂ ਸਮਝਣਾ ਚਾਹਾਂਗੀ ਥੋੜਾ ਜਿਹਾ ਕੀ ਲੱਗ ਰਿਹਾ ਸਿਸਟਮ ਆਖਿਰਕਾਰ ਜਿਹੜਾ ਮੈਂ ਜਿਵੇਂ ਪਹਿਲਾਂ ਵਰਤਿਆ ਸ਼ਬਦ ਗੰਦਲਾ ਹੋ ਚੁੱਕਿਆ ਹੈ। ਲੱਗਦਾ ਕਿ ਬਾਕੀ ਤਾਂ ਭ੍ਰਿਸ਼ਟਾਚਾਰ ਹੈ ਹੀ ਹੈ, ਜੇ ਤੁਸੀਂ ਆਪਣਾ ਕੋਈ ਕੰਮ ਕਰਾਉਣਾ ਕਿਤੇ ਜਾ ਕੇ ਤਾਂ ਤੁਹਾਨੂੰ ਦੇਣੀ ਪੈਂਦੀ ਰਿਸ਼ਵਤ, ਪਰ ਇੱਥੇ ਕੀ ਹੈ ਵਾਕਈ ਸਮਝ ਨਹੀਂ ਆਉਂਦਾ ਜਾਂ ਸਾਹਮਣੇ ਵੀ ਨਹੀਂ ਆਉਂਦਾ? ਗੰਦਲਾ ਵੀ ਹੈ। ਮੈਂ ਤਾਂ ਇੱਕ ਵਰਡ ਯੂਜ਼ ਕਰਦਾ ਹੁੰਦਾ ਕਿ ਪੰਜਾਬ ਸਰਕਾਰ ਦੇ ਸਿਹਤ ਮਹਿਕਮੇ ਦੀ ਸਿਹਤ ਖਰਾਬ ਹੈ। ਅੱਜ ਇਹਨਾਂ ਦਾ ਟੌਪ ਵੀ ਖਰਾਬ ਹੈ। ਮੈਂ ਤੁਹਾਨੂੰ ਇਹ ਵੀ ਗੱਲ ਦੱਸ ਦਵਾਂ, ਮੈਨੂੰ ਕਹਿਣ 'ਚ ਕੋਈ ਹੈਜੀਟੇਸ਼ਨ ਨਹੀਂ ਹੈ। 4 ਟੌਪ ਦੇ ਡਾਇਰੈਕਟਰ ਹੁੰਦੇ ਨੇ, 2 ਡਾਇਰੈਕਟਰ ਦਾਗੀ ਨੇ ਵਿੱਚ, ਇੱਕ ਡਾਇਰੈਕਟਰ ਜਿਹੜਾ ਖਾਸ ਕਰਕੇ ਜਿਹੜਾ ਆਪਾਂ ਨੈਸ਼ਨਲ ਹੈਲਥ ਮਿਸ਼ਨ ਜਿਹੜਾ ਹੈਗਾ, ਮੈਂ ਇੱਕ ਵਰਡ ਯੂਜ਼ ਕਰਦਾ ਹੁੰਦਾ, ਪੰਜਾਬ ਗਵਰਨਮੈਂਟ ਸਿਹਤ ਵਿਭਾਗ ਮਾਈਨਸ ਨੈਸ਼ਨਲ ਹੈਲਥ ਮਿਸ਼ਨ ਇਜ਼ ਇਕੁਅਲ ਟੂ 0 ਜੀ। ਸਾਰੇ ਪੈਸੇ ਜਿਹੜੇ ਹੈਗੇ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਯੂਜ਼ ਕਰਦੇ ਆ ਪੁੱਠੇ ਸਿੱਧੇ ਕਰਕੇ। ਉਹਦਾ ਜਿਹੜਾ ਡਾਇਰੈਕਟਰ ਹੈਗਾ ਹੁਣ ਦੀ ਘੜੀ, ਉਹ ਡਾਇਰੈਕਟਰ ਨੂੰ ਪਹਿਲਾਂ ਇਹਨਾਂ ਨੇ ਸਸਪੈਂਡ ਕੀਤਾ ਹੋਇਆ ਸੀਗਾ, ਚਾਰਜ ਸ਼ੀਟ ਕੀਤਾ ਹੋਇਆ ਸੀਗਾ, ਝੂਠਾ ਸਰਟੀਫਿਕੇਟ ਬਣਾਇਆ ਹੋਇਆ ਸੀਗਾ, ਉਸ ਝੂਠੇ ਸਰਟੀਫਿਕੇਟ ਉੱਤੇ ਪ੍ਰਮੋਟ ਹੋਏ। ਫਿਰ ਉਹਨਾਂ ਦੇ ਸਾਰਾ ਕੁਝ ਹੀ ਲਾਸਟ ਡੇ ਤੇ ਜਾ ਕੇ ਜਦੋਂ ਉਹਨਾਂ ਦੀ ਜਿਹੜੀ ਰੈਗੂਲਰ 58 ਸਾਲ ਦੀ ਨੌਕਰੀ ਖਤਮ ਹੋਣੀ ਸੀ, ਉਦੋਂ ਰੈਗੂਲਰ ਨੌਕਰੀ ਖਤਮ ਹੋਣ ਤੇ ਉਸ ਨੂੰ ਚਾਰਜ ਸ਼ੀਟ ਵੀ ਖਤਮ ਕਰ ਦਿੱਤੀ ਗਈ ਔਰ ਉਸ ਨੂੰ ਡਾਇਰੈਕਟਰ ਵੀ ਲਗਾਤਾ ਗਿਆ। ਜਿਸੋਂ ਮੈਨੂੰ ਨਹੀਂ ਸਮਝ ਲੱਗਦੀ ਵੀ ਸਾਡਾ 4000 ਦਾ ਕੈਡਰ ਹੈ, ਇਹਨਾਂ ਨੂੰ ਇੱਕੋ ਹੀ ਬੰਦਾ ਉਹੀ ਲੱਭਿਆ ਜਿਹੜਾ ਚਾਰਜ ਸ਼ੀਟ ਹੋਇਆ ਹੋਵੇ, ਸਸਪੈਂਡਡ ਹੋਇਆ ਹੋਵੇ। ਫਿਰ ਉਸ ਨੂੰ ਤੁਸੀਂ ਉਸ ਸੈਕਸ਼ਨ ਦਾ ਡਾਇਰੈਕਟਰ ਲਗਾਉਣਾ ਹੈ ਜਿਸ ਦਾ ਸਾਰੇ ਦਾ ਸਾਰਾ ਭਾਰ ਜਿਹੜਾ ਪੰਜਾਬ ਸਰਕਾਰ ਦੇ ਸਿਹਤ ਮਹਿਕਮੇ ਦਾ ਉਹ NHM ਨੇ ਚੱਲਿਆ ਹੋਇਆ। ਨੰਬਰ 2 ਜੀ, ਇੱਕ ਡਾਇਰੈਕਟਰ ਫੈਮਿਲੀ ਵੈਲਫੇਅਰ ਇਹਨਾਂ ਨੇ ਲਗਾਇਆ ਹੋਇਆ। ਐਂਡ ਉਹ ਡਾਕਟਰ ਨੂੰ ਜਦੋਂ ਉਸ ਨੂੰ ਇਸ ਵਾਰੀ 29 ਵਾਲਾ ਮਹੀਨਾ ਸੀ ਨਾ, 28 ਤਰੀਕ ਨੂੰ ਉਸ ਨੂੰ ਪ੍ਰਮੋਟ ਕਰ ਲਿਆ ਔਰ ਸਭ ਤੋਂ ਜੂਨੀਅਰ ਮੋਸਟ ਉਹਨੂੰ ਡਾਇਰੈਕਟਰ ਫੈਮਿਲੀ ਵੈਲਫੇਅਰ ਲਗਾਇਆ ਹੋਇਆ। ਪੁੱਛੋ ਇਹਨਾਂ ਕੋਲੋਂ ਵੀ ਇਹਨਾਂ ਦੇ ਕੋਲ ਇੰਨੇ ਸਾਰੇ 40 ਪੋਸਟਾਂ ਦੇ ਕਰੀਬ ਹੁੰਦੀਆਂ ਨੇ। ਉਹਨਾਂ ਦੀ ਬਹੁਤ ਕੁਝ ਦੱਸ ਰਹੀ। ਹਾਂ 40 ਪੋਸਟਾਂ ਦੇ ਕਰੀਬ ਹੁੰਦੀਆਂ ਨੇ। ਸਭ ਤੋਂ ਜੂਨੀਅਰ ਵਾਲੇ ਮੋਸਟ ਡਾਕਟਰ ਨੂੰ ਜਿਹੜਾ ਤੁਸੀਂ ਡਾਇਰੈਕਟਰ ਕਿਉਂ ਲਗਾਇਆ ਵੀ? ਫਿਰ ਇਹਨਾਂ ਨੇ ਇੱਕ SMO ਨੂੰ ਇਸ ਢੰਗ ਦੇ ਨਾਲ ਪ੍ਰਮੋਟ ਕੀਤਾ ਕਿ ਉਸ ਨੂੰ ਸਾਰਾ ਹੀ ਸਟੈਪ ਚੁਕਾਤਾ। ਉਹਦੀ 5007 ਸਰਵਿਸ ਨੰਬਰ ਜਿਹੜਾ ਸੀ ਉਹਨੂੰ 4398 ਤੇ ਲਿਆ ਕੇ ਖੜਾ ਕਰਕੇ ਉਸ ਨੂੰ SMO ਨੂੰ ਪ੍ਰਮੋਟ ਕਰਕੇ ਡਾਇਰੈਕਟਰ ਬਣਾਉਣਾ ਚਾਹੁੰਦੇ ਸੀਗੇ। ਆਹੀ ਮਿਨਿਸਟਰ ਸੀਗੇ ਬਲਵੀਰ ਸਿੰਘ ਸਿੱਧੂ ਜੀ, ਜਿਨ੍ਹਾਂ ਨੇ ਮੇਰੇ ਨਾਲ ਇਸੇ ਟੌਪਿਕ ਤੇ ਲੜਾਈ ਕੀਤੀ, ਕਿਉਂਕਿ ਮੈਂ ਐਜ਼ ਏ ਚੀਫ ਐਡਵਾਈਜ਼ਰ ਇਸ ਗੱਲ ਦੇ ਹੱਕ ਵਿੱਚ ਨਹੀਂ ਸੀ ਕਿ ਤੁਸੀਂ ਥੱਲੇ ਵਾਲੇ ਬੰਦੇ ਨੂੰ ਪ੍ਰਮੋਟ ਕਰਕੇ ਉਹ ਵੀ ਸਾਰੇ ਰੂਲਸ ਐਂਡ ਰੈਗੂਲੇਸ਼ਨ ਛੱਡ ਕੇ ਫਿਰ ਤੁਸੀਂ ਜਿਹੜਾ ਹੈਗਾ ਉਹ ਉਸ ਨੂੰ ਡਿਪਟੀ ਡਾਇਰੈਕਟਰ ਸਿਵਲ ਸਰਜਨ, ਹੁਣ ਵੀ ਸਿਵਲ ਸਰਜਨ ਲੱਗੇ। ਔਰ ਇਹਨਾਂ ਨੇ ਹੋਇਆ ਕਿ ਇਹਨਾਂ ਦੇ ਨਾਲ ਕੋਰਟ 'ਚ ਕੇਸ ਹੋਇਆ ਸੀ, ਉਹਨੂੰ ਚੱਕ ਕੇ ਫਿਰ 5007 ਤੇ ਕਰਨਾ ਪਿਆ, ਲੇਕਿਨ ਉਹ ਤਾਂ ਆਪਣੀ ਮੌਜ ਮਸਤੀ ਮਾਰੀ ਬੈਠਾ। ਡਾਇਰੈਕਟਰ ਜਿਹੜੇ ਜਦੋਂ ਇਹ ਵਰਡ ਹਾਂ ਮੇਰਾ ਕਹਿੰਦਾ ਮਤਲਬ ਐਕਸਟੈਂਸ਼ਨ ਦੇ ਕੇ ਜਦੋਂ ਤੁਹਾਡਾ ਟੌਪ ਹੀ ਖਰਾਬ ਹੈ, ਤੁਸੀਂ ਥੱਲੇ ਵਾਲਿਆਂ ਕੋਲੋਂ ਕੀ ਐਕਸਪੈਕਟ ਕਰਦੇ ਹੋ? ਅੱਜ ਇਹ 4245 ਪੋਸਟਾਂ ਦੀ ਗੱਲ ਕਰਦੇ, ਜਦੋਂ ਤੁਸੀਂ ਵੀ ਇਹ ਗੱਲ ਕਹੀ ਹੈ ਕਿ ਇਹਨਾਂ ਦੇ ਕੋਲ ਪੂਰਾ ਸਟਾਫ ਨਹੀਂ। ਜਦੋਂ ਤੁਸੀਂ ਠੱਗ ਬੰਦੇ ਜਿਹੜੇ ਹੈਗੇ ਨੇ, ਜਿਹੜੇ ਬੰਦੇ ਸਸਪੈਂਡਡ ਨੇ, ਜਿਹਨਾਂ ਬੰਦਿਆਂ ਨੇ ਚੋਰੀ ਕੀਤੀ ਹੈ, ਉਹਨਾਂ ਨੂੰ ਤੁਸੀਂ ਡਾਇਰੈਕਟਰ ਲਗਾਇਆ ਹੋਇਆ, ਤੁਸੀਂ ਥੱਲੇ ਵਾਲੇ ਸਟਾਫ ਦੇ ਕੋਲੋਂ ਤੁਸੀਂ ਕੰਮ ਕਿਵੇਂ ਲੈ ਸਕਦੇ ਹੋ? ਔਰ ਦੂਸਰੀ ਗੱਲ ਨਾਲੋਂ ਕੁਝ ਸਹੀ ਸ਼ਾਇਦ ਇਦਾਂ ਲੱਗਦਾ ਹੋਣਾ ਜਿਵੇਂ ਅਨਐਮਪਲੋਇਮੈਂਟ ਤਾਂ ਹੈ ਹੀ ਹੈ, ਜਿਵੇਂ ਤੁਸੀਂ ਪਹਿਲਾਂ ਵੀ ਕਹਿ ਰਹੇ ਸੀ 5000 ਵਾਲਾ ਵਿਅਕਤੀ ਕਹਿ ਰਿਹਾ ਜੇ ਮੈਂ ਛੱਡ ਕੇ ਜਾਵਾਂਗਾ ਤਾਂ 4 ਵਾਲਾ ਤਿਆਰ ਹੈ। ਸੋ ਉਸ ਦੇ ਵਿੱਚ ਸ਼ਾਇਦ ਲੱਗਦਾ ਕਿ ਕੰਟਰੈਕਟ ਬੇਸ ਜਿਹੜੇ ਹੈਗੇ ਨੇ ਜਿੰਨੀ ਮਿਲਦੀ ਹੈ ਚਲੋ ਠੀਕ ਹੈ, ਉਹ ਨਹੀਂ ਚਲੀ ਜਿੰਨੀ ਮਿਲਦੀ ਠੀਕ ਨਹੀਂ, ਇਹ ਤਾਂ ਐਕਸਪਲੋਇਟੇਸ਼ਨ ਹੈ। ਦੇਖੋ ਸੁਪਰੀਮ ਕੋਰਟ ਨੇ ਵੀ ਆਰਡਰ ਕੀਤੇ ਸੀਗੇ ਕਿ ਹਰ ਇੱਕ ਬੰਦਾ ਜਿਹੜਾ ਹੈਗਾ ਉਹ ਇੰਪਲੋਇਮੈਂਟ ਚਾਹੁੰਦਾ ਹੈ, ਲੇਕਿਨ ਇੰਪਲੋਇਮੈਂਟ ਅਗਰ ਉਸ ਕਰ ਲਿਆ ਉਸ ਨੂੰ ਉਹਦੇ ਹੱਕ ਮਿਲਣੇ ਚਾਹੀਦੇ ਨੇ, ਉਹਨੂੰ ਐਕਸਪਲੋਇਟ ਨਹੀਂ ਕਰਨਾ ਚਾਹੀਦਾ। ਬੇਸਿਕਲੀ ਇਹ ਜਿਹੜੀ ਪੇ ਨੂੰ ਲੈ ਕੇ ਜਦੋਂ ਇਹ 1 ਰੈਂਕ 1 ਪੇ ਦੀ ਗੱਲ ਹੋਈ ਸੀ ਉਦੋਂ ਵੀ ਇਹੀ ਗੱਲ ਸੀਗੀ, ਜਦੋਂ ਇਕੁਅਲ ਪੇ ਇਕੁਅਲ ਕੰਮ ਦੀ ਗੱਲ ਹੋਈ ਸੀ ਉਦੋਂ ਵੀ ਇਹੀ ਗੱਲ ਸੀ। ਅੱਜ ਇਹ ਸਾਡੀਆਂ ਜਿਹੜੀਆਂ ANMs ਵਿੱਚ ਹੁੰਦੀ ਘੜੀ ਇਹਨਾਂ ਦੇ ਵੀ 2 ਹਿੱਸੇ
ਤਿੰਨ ਹਿੱਸੇ ਕੀਤੇ ਹੋਏ ਆ। ਇੱਕ ਡਾਇਰੈਕਟਰ ਹੈਲਥ ਸਰਵਿਸ ਦੇ ਵਿੱਚ ਹੈਗਾ, ਉਹਨਾਂ ਨੂੰ ਪੂਰੀ ਫੁੱਲ ਪੇ ਮਿਲਦੀ ਹੈ। ਉਹਦੇ ਤੋਂ ਜ਼ਿਆਦਾ ਕੰਮ ਕਰਨ ਵਾਲਿਆਂ ਨੂੰ ਦੋ ਹਿੱਸਿਆਂ 'ਚ ਵੰਡਿਆ ਹੋਇਆ। ਇੱਕ ਨੂੰ ਕਹਿ ਦਿੰਦੇ ਨਹੀਂ ਜੀ ਇਹ 2211 DHS ਹੈਗਾ, ਨਹੀਂ ਜੀ ਇੱਕ 2211 NHM ਹੈਗਾ। ਔਰ ਉਹ ਜਿਹੜਾ DHS ਹੈਗਾ ਉਹਦੇ ਪੈਸੇ ਵੀ ਪੂਰੇ ਆ ਰਹੇ ਆ, ਪੂਰੇ ਪੈਸਿਆਂ ਦੇ ਅਗੇਂਸਟ, ਕਿਉਂਕਿ ਇਹਦੇ 'ਚ ਜਿਹੜਾ ਬਹੁਤਾ ਸਾਰਾ ਪੈਸਾ ਆਉਂਦਾ ਉਹ ਸੈਂਟਰ ਗਵਰਨਮੈਂਟ ਦਾ ਹੁੰਦਾ, ਫੈਮਿਲੀ ਵੈਲਫੇਅਰ ਵਾਲੇ ਖਾਤੇ 'ਚ, ਜਿਹਦੇ 'ਚ ਸਾਡੇ ANMs ਤੇ ਇਹਨਾਂ ਨੇ ਕੰਮ ਕਰਨਾ ਵਿੱਚ। ਉਹ ਪੈਸਾ ਵੀ ਜਿਹੜਾ ਹੈਗਾ ਉੱਥੋਂ ਲਈ ਜਾ ਰਹੇ ਆ, ਇੱਥੇ ਪੈਸਾ ਥੱਲੇ ਦੇ ਨਹੀਂ ਰਹੇ। ਸਿਮਿਲਰਲੀ ਇਸੇ ਤਰ੍ਹਾਂ ਹੀ NHM ਵਾਲੇ ਸਟਾਫ ਨੂੰ ਉੱਥੋਂ ਸਟਾਫ ਦਾ ਪੈਸਾ ਪੂਰਾ ਆ ਰਿਹਾ ਹੈ, ਲੇਕਿਨ ਇੱਥੇ ਸਮੱਸਿਆ ਪਤਾ ਲੱਗ ਗਈ ਹੈ ਹੁਣ। ਇਹ ਮਤਲਬ ਮੇਰਾ ਕਹਿਦਾ ਮਤਲਬ ਹੈਗਾ ਕਿ ਇਹ ਜਿਹੜਾ ਪੰਜਾਬ ਸਰਕਾਰ ਅੱਜ ਮਿਸ਼ਨ ਫਤਿਹ ਦੀ ਗੱਲ ਕਰਦੀ ਹੈ, ਪੰਜਾਬ ਸਰਕਾਰ ਜਿਹੜੀ ਇਹ ਗੱਲ ਕਹਿੰਦੀ ਹੈ ਕਿ ਅਸੀਂ ਜੀ ਇਹਨਾਂ ਦੇ ਗੱਲ ਹਾਰ ਪਾ ਦਿੱਤੇ ਆ, ਇਹਦੇ ਨਾਲ ਆਪਣਾ ਕੰਮ ਨਹੀਂ ਚੱਲਣਾ। AC ਵਾਲੇ ਕਮਰਿਆਂ ਦੇ ਵਿੱਚੋਂ ਜਿਹੜਾ ਹੈਗਾ ਬੈਠ ਕੇ ਸਿਰਫ ਸਲਾਮਾ ਮਾਰ ਕੇ ਸਟਾਫ ਜਿਹੜਾ ਉਹ ਦੋ ਚੀਜ਼ਾਂ ਡਿਮਾਂਡ ਕਰਦੇ। ਡਾਕਟਰ ਰਾਣਾ ਨੇ ਵੀ ਗੱਲ ਕਹੀ ਹੈ ਕਿ ਸਪੋਜ਼ ਤੁਸੀਂ ਰੈਗੂਲਰ ਨਹੀਂ ਕਰ ਸਕਦੇ, ਤੁਸੀਂ ਉਹਨਾਂ ਨੂੰ ਬਰਾਬਰ ਤਨਖਾਹ ਤਾਂ ਦੇ ਦਿਓ ਨਾ, ਘੱਟੋ ਘੱਟ ਉਹਨਾਂ ਨੂੰ ਸਿਕਿਉਰਿਟੀ ਤਾਂ ਹੋਵੇ। ਮੈਂ ਕਹਿੰਦਾ ਕਿ ਜਿਵੇਂ ਮੇਰੀ ਬਜਟ ਨਹੀਂ ਬਜਟ ਹੈਗਾ ਇਹਨਾਂ ਦੇ ਕੋਲ, ਬੇਈਮਾਨੀ ਹੈ ਸਿਰਫ, ਬਜਟ ਨਹੀਂ, ਬੇਈਮਾਨੀ ਹੈ ਇਹਨਾਂ ਦੇ ਕੋਲ। ਇਹਨਾਂ ਦੇ ਕੋਲ ਐਡੇ ਵੱਡੇ ਜਿਹੜੇ ਹਸਪਤਾਲ ਜਿਹਨਾਂ ਨੂੰ ਮੈਂ ਚਿੱਟੇ ਹਾਥੀ ਕਹਿੰਦਾ, ਉੱਥੇ ਕਰੋੜਾਂ ਰੁਪਏ ਖਰਚ ਕੀਤੇ ਨੇ। ਆ ਤੁਸੀਂ ਮੋਹਾਲੀ ਦੇ ਵਿੱਚ ਚਲੇ ਜਾਓ, ਬੱਸ ਸਟੈਂਡ ਜਿਹੜਾ ਹੈਗਾ 500 ਕਰੋੜ ਰੁਪਏ ਲਗਾ ਕੇ ਬਣਾਇਆ ਹੋਇਆ। ਇੱਧਰਲੇ ਪਾਸੇ ਜਿਹੜਾ ਹੈਗਾ ਕਈ ਸੌ ਕਰੋੜ ਰੁਪਏ ਲਗਾ ਕੇ ਤੁਸੀਂ ਸਬਜ਼ੀ ਮੰਡੀ ਬਣਾਤੀ। ਉੱਥੇ ਜਿਹੜਾ ਹੈਗਾ ਬਾਕੀ ਮੈਂ ਬਹੁਤੇ ਸਾਰੇ ਨਾਮ ਨਹੀਂ ਲੈਣਾ ਚਾਹੁੰਦਾ, ਕਰੋੜਾਂ ਦੇ ਹਿਸਾਬ ਨਾਲ ਜਿਹੜਾ ਹੈਗਾ, ਜਿਵੇਂ ਹਸਪੀਟਲ ਮੋਹਾਲੀ ਦੇ ਵਿੱਚ ਨਾ ਸੈਕਟਰ 70 ਦੇ ਵਿੱਚ ਰੀਜਨਲ ਸਪਾਈਨਲ ਇੰਜਰੀ ਸੈਂਟਰ ਬਣਾਇਆ ਹੋਇਆ। ਉੱਥੇ ਇੱਕੋ ਹੀ ਡਾਕਟਰ ਹਫ਼ਤੇ 'ਚ ਇੱਕ ਕੰਮ ਹੀ ਕਰੀ ਜਾਂਦਾ ਜੀ। ਉਹ ਨਾਲ ਉਹ ਵਾਈਸ ਚਾਂਸਲਰ ਨੇ, ਨਾਲੇ ਸੋ ਮੇਰਾ ਕਹਿੰਦਾ ਬੋਲੇ ਸਿਸਟਮ ਨਹੀਂ, ਇਹ ਲੋਕ ਬੇਈਮਾਨ ਨੇ। ਮੈਂ ਸ਼ਰੇਆਮ ਕਹਾਂਗਾ ਕਿ ਇਹ ਲੋਕ ਬੇਈਮਾਨ ਨੇ। ਇਹਨਾਂ ਨੂੰ ਲੋਕਾਂ ਦੇ ਲੋਕ ਹਿੱਤ ਔਰ ਸਟਾਫ ਹਿੱਤ ਨਾਲ ਇਹਨਾਂ ਨਾਲ ਕੋਈ ਸੰਬੰਧ ਨਹੀਂ ਹੈ। ਇਹਨਾਂ ਦੇ ਸਿਰਫ ਤੇ ਸਿਰਫ ਜਿਹੜਾ ਹੈ, ਮੈਂ ਇਹ ਗੱਲ ਕਹੀ ਹੈ ਕਿ ਬਦਲੀਆਂ ਕਰ ਕਰਕੇ ਜਿਹੜੇ ਹੈਗੇ ਸਿਰਫ ਆਪਣੇ ਪੇਟ ਭਰਨੇ। ਤੁਸੀਂ ਦੇਖੋ ਕਰੋਨਾ ਦੀ ਬਿਮਾਰੀ ਇੱਕ ਕਹਿ ਰਹੇ ਵੱਡੀ ਬਿਮਾਰੀ ਚੱਲ ਰਹੀ ਹੈ। ਡਿਸਟ੍ਰਿਕਟ ਫਾਜ਼ਿਲਕਾ ਦੇ ਵਿੱਚ ਸਿਵਲ ਸਰਜਨ ਰੈਗੂਲਰ ਨਹੀਂ ਹੈਗਾ। ਜਿਹੜਾ ਸਿਵਲ ਸਰਜਨ ਰੈਗੂਲਰ ਲਗਾਇਆ ਸੀ ਉਹਨੂੰ ਇੱਥੇ ਬਿਠਾਇਆ ਹੋਇਆ ਤੇ ਕਿਸੇ ਨੂੰ ਚਾਰਜ ਦਿੱਤਾ ਹੋਇਆ। ਕਿਸੇ ਨਾਲ ਕੋਲ ਪੁੱਛ ਲਓ ਜੀ, ਸਿਵਲ ਸਰਜਨ ਬਾਈ ਚਾਂਸ ਉਹ ਕੰਮ ਨਹੀਂ ਕਰ ਸਕਦਾ। ਵੈਸੇ ਤਾਂ ਕੌਣ ਚੁੱਕੇਗਾ? ਮੈਂ ਸਾਰਾ ਕੁਝ ਸਮਝ ਰਹੀ ਹਾਂ ਡਾਕਟਰ ਮੁਲਤਾਨੀ, ਕੌਣ ਅਸੀਂ ਚਲੋ ਚਰਚਾ ਕਰ ਰਹੇ ਹਾਂ, ਕਿਸੇ ਦੇ ਕੰਨੀ ਪਏਗੀ ਨਹੀਂ ਵੀ ਪਏਗੀ, ਜ਼ਰੂਰੀ ਨਹੀਂ ਹੈ ਸਾਰੇ ਸੁਣਦੇ ਹੋਣ। ਨਹੀਂ ਪਰ ਆਪਾਂ ਨਹੀਂ ਤੁਹਾਡਾ ਇਹ ਮੀਡੀਆ ਦਾ ਤਾਂ ਆਪਾਂ ਨੂੰ ਥੈਂਕਸ ਕਰਨਾ ਪਏਗਾ ਨਾ। ਤੁਸੀਂ ਇਹ ਗੱਲ ਪਹੁੰਚਾ ਤੇ ਰਹੇ ਹੋ ਨਾ, ਕੋਈ ਇਸ ਤਰ੍ਹਾਂ ਤਾਂ ਹੈ ਨਹੀਂ ਹੁਣ ਆਪਾਂ ਚੁੱਪ ਕਰਕੇ ਬੈਠੇ ਰਵਾਂਗੇ। ਡਾਕਟਰ ਸਾਹਿਬ ਵੀ ਮੇਰੇ ਨਾਲ ਆਏ ਨੇ, ਸਾਰਾ ਸਟਾਫ ਜਿਹੜਾ ਹੈਗਾ, ਇਹਨਾਂ ਨੇ 23 ਤਰੀਕ ਤੋਂ ਸਰਕਾਰ ਨੂੰ ਨੋਟਿਸ ਵੀ ਦਿੱਤਾ ਹੋਇਆ ਕਿ ਅਸੀਂ ਕੁਝ ਨਾ ਕੁਝ ਪ੍ਰਦਰਸ਼ਨ ਕਰਾਂਗੇ। ਚਲੋ ਮੈਂ ਇੱਕ ਗੱਲ ਕਹਿਣਾ ਹੋਣਾ ਕਿ ਐਮਰਜੈਂਸੀ ਹੋਵੇ ਜਾਂ ਅਦਰਵਾਈਜ਼ ਵੀ ਮੈਂ ਸਟ੍ਰਾਈਕਾਂ ਦੇ ਹੱਕ 'ਚ ਨਹੀਂ ਆ, ਲੇਕਿਨ ਤੁਸੀਂ ਬਿਲਕੁਲ ਹੀ ਕਿਸੇ ਨੂੰ ਕੋਈ ਹੱਕ ਨਾ ਦਿਓ। ਇਹ ਤਾਂ ਫਿਰ ਅਗਲਾ ਸਟ੍ਰਾਈਕ ਹੀ ਕਰੇਗਾ। ਕੁਝ ਕਹਿੰਦੇ ਪੰਜਾਬੀ ਕਹਿੰਦੇ ਮਰਦਾ ਕੀ ਨਹੀਂ ਕਰਦਾ, ਫਿਰ ਉਹ ਕੀ ਕਰੇਗਾ ਵਿੱਚ ਜਿਹੜੀ ਹੈਗੀ। ਅੱਜ ਕਿਸੇ ਵੀ ਗੱਲ ਵਾਸਤੇ ਆਪਾਂ ਵਰਡ ਯੂਜ਼ ਕਰਦੇ ਹਾਂ ਕਿ ਆਪਾਂ ਡਿਮਾਂਡ ਕਰਦੇ ਹਾਂ। ਪਹਿਲੀ ਗੱਲ ਤਾਂ ਜਿਹੜੀ ਡਾਕਟਰ ਸਾਹਿਬ ਨੇ ਕਿਹਾ ਕਿ ਅਸੀਂ ਹਜ਼ਾਰਾਂ ਵਾਰੀ ਕੀਤੀ ਹੈ, ਮੈਨੂੰ ਵੀ ਪਤਾ ਹਜ਼ਾਰਾਂ ਵਾਰੀ ਕੀਤੀ ਹੈ। ਫਿਰ ਰਿਕੁਐਸਟ ਕਰਕੇ ਦੇਖਦੇ ਆ ਵੀ ਚੱਲ ਹੱਥ ਪੱਲੇ ਮਾਰ ਲਓ, ਤੁਸੀਂ ਮੀਟਿੰਗ ਕਰ ਲਓ ਵਿੱਚ ਜਿਹੜੀ ਹੈਗਾ। ਇਹ ਸਮੱਸਿਆ ਜਿਹੜੀ ਇਹਨਾਂ ਦੀ ਹੈ ਡਾਕਟਰ ਮੁਲਤਾਨੀ, ਮੈਂ ਤੁਹਾਡੇ ਤੋਂ ਪਤਾ ਸਮਝਣਾ ਇਹ ਚਾਹੁੰਦੀ ਹਾਂ ਕਿ ਗੁੰਜਾਇਸ਼ ਹੈ, ਕਿਸ ਤਰ੍ਹਾਂ ਦੇ ਨਾਲ ਹੱਲ ਹੋ ਸਕਦਾ ਹੈ? ਸਿਰਫ ਤੇ ਸਿਰਫ ਸਰਕਾਰ ਇਮਾਨਦਾਰ ਹੋ ਜਾਵੇ। ਪੈਸੇ ਹੈਗੇ ਆ ਲੇਕਿਨ ਪੈਸੇ ਸਹੀ ਢੰਗ ਦੇ ਨਾਲ ਨਹੀਂ ਯੂਜ਼ ਹੋ ਰਹੇ। ਜਿੰਨੀ ਦੇਰ ਤੱਕ ਜਿਹੜਾ ਬੰਦਾ ਹਿਊਮਨ ਰਿਸੋਰਸਿਸ ਦੀ ਆਪਾਂ ਗੱਲ ਕਰਦੇ ਆ, ਉਹ ਘਰੋਂ ਹੀ ਤੁਰਦਾ ਹੈ ਕਿ ਉਹਨੂੰ ਪਤਾ ਕਿ ਮੈਨੂੰ ਘਰੋਂ ਗਾਲਾਂ ਪੈ ਰਹੀਆਂ ਨੇ। ਜਿਵੇਂ ਹੁਣ ਆਪਾਂ ਆਸ਼ਾ ਵਰਕ ਦੀ ਗੱਲ ਕਰੀਏ, ਛੋਟੀ ਜਿਹੀ ਐਗਜ਼ਾਮਪਲ ਲੈਣਾ ਵਿੱਚ ਦੂਸਰੇ ਸਟਾਫ ਦੀ ਲਵੇ, ਕਿ ਉਹਨਾਂ ਨੂੰ ਆਲਮੋਸਟ ਸਾਰਾ ਹੀ ਕੰਮ ਦਿੱਤਾ ਜਾਂਦਾ, ਸਾਰਾ ਦਿਨ ਕੰਮ ਕਰਦੇ ਆ ਔਰ ਉਹਨਾਂ ਨੂੰ ਦਿਹਾੜੀ ਦੇ ਫਿਰ ਆ ਪਿੱਛੇ ਜੋ ਸਰਵੇ ਕਰਾਇਆ, ਨਹੀਂ ਜੀ ਤੁਹਾਨੂੰ 1000 ਰੁਪਇਆ ਕੋਵਿਡ ਦਾ ਸਰਵੇ ਕਰਨ ਦਾ ਮਹੀਨੇ ਦਾ ਵਾਧੂ ਦੇ ਦੇਣਗੇ। ਦੱਸੋ ਤੁਸੀਂ 1000 ਰੁਪਇਆ ਇੱਕ ਮਹੀਨੇ ਦੇ ਵਿੱਚ ਕੋਈ ਕਿਸੇ ਵੀ ਸਿਆਣੇ ਬੰਦੇ ਕੋਲ ਪੁੱਛ ਕੇ ਦੇਖ ਲਓ, ਉਹ ਆਪਣੀ ਧੀ ਭੈਣ ਨੂੰ ਬਾਹਰ ਕੱਢ, ਇਹਦਾ ਮਤਲਬ ਉਹਨਾਂ ਦੀ ਮਜਬੂਰੀ ਹੋ ਗਈ ਨਾ। ਉਹਨਾਂ ਦੇ ਉੱਤੇ ਜਿਹੜੀ ਇਹ ਡਾਂਗ ਰੱਖੀ ਹੋਈ ਹੈ, ਨਹੀਂ ਜੀ ਤੁਹਾਨੂੰ ਕੱਢ ਕੇ ਅਸੀਂ ਦੂਜਾ ਰੱਖ ਲਾਂਗੇ। ਡਾਕਟਰ ਰਾਣਾ ਵੀ ਮੇਰੇ ਨਾਲ ਇਸ ਗੱਲ ਦੇ ਨਾਲ ਐਗਰੀ ਕਰਨਗੇ ਕਿ ਸਟਾਫ ਜਿਹੜਾ NHM ਵਾਲਾ ਹੈ, ਉਹਨੂੰ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਵੀ ਜੇ ਤੂੰ ਨਹੀਂ ਮੰਨਦਾ ਤਾਂ ਤੈਨੂੰ ਕੱਲ ਨੂੰ ਕੱਢ ਦਿੰਦੇ ਆ ਨੋਟਿਸ ਹੀ ਦੇਣਾ ਤੈਨੂੰ, ਤੇਰੇ ਕੋਲ ਹੈ ਕੀ ਹੈ। ਆਊਟਸੋਰਸ ਵਾਲੇ ਆ ਉਹਨਾਂ ਦਾ ਵੀ ਇਸੇ ਤਰ੍ਹਾਂ ਕਿਹਾ ਜਾਂਦਾ, ਕੰਟਰੈਕਟ ਵਾਲੇ ਹੈਗੇ ਉਹਨਾਂ ਨੂੰ ਪ੍ਰਾਈਵੇਟ ਇੱਕ ਜੌਬ ਦੇ ਨਾਲੋਂ ਵੀ ਬਹੁਤ ਜ਼ਿਆਦਾ ਕਮਜ਼ੋਰ, ਜ਼ਿਆਦਾ ਮਾੜੇ ਹੈਗਾ। ਹਾਂ ਜ਼ਿਆਦਾ ਮਾੜੇ ਹੈਗੇ ਆ ਕਿ ਲੋਕ ਅੱਜ ਜਿਹੜੇ 15 20 ਸਾਲ ਇੱਕੋ ਡਿਪਾਰਟਮੈਂਟ ਦੇ ਵਿੱਚ ਬੈਠੇ ਰਹੇ ਆ, ਉਹ ਸਿਰਫ ਇਸ ਆਸ ਦੇ ਵਿੱਚ ਬੈਠੇ ਸੀ ਵੀ ਕਦੀ ਨਾ ਕਦੀ ਸਰਕਾਰ ਸਾਨੂੰ ਰੈਗੂਲਰ ਕਰ ਦੇਗੀ, ਸਾਡੇ ਬੱਚੇ ਜਿਹੜੇ ਬਚੇ ਰਹਿਣਗੇ, ਪਰਿਵਾਰ ਬਚਿਆ ਰਹੇਗਾ। ਲੇਕਿਨ ਉਹ ਤਾਂ ਪ੍ਰਾਈਵੇਟ ਵਿੱਚ ਤੇ ਹੁੰਦਾ, ਫਿਰ ਜੇ ਤੁਹਾਡਾ ਨਹੀਂ ਹੁੰਦਾ ਤੁਸੀਂ ਕੱਲ ਨੂੰ ਚੱਲ ਕੇ ਚਲੇ ਜਾ। ਇਹਨਾਂ ਦੇ ਮੁਕਾਬਲੇ ਵਿੱਚ ਤਾਂ ਪ੍ਰਾਈਵੇਟ ਕਿਤੇ ਜ਼ਿਆਦਾ। ਠੀਕ ਹੈ ਡਾਕਟਰ ਮੁਲਤਾਨੀ, ਅਖੀਰਲੇ 2 ਮਿੰਟ ਨੇ ਮੇਰੇ ਕੋਲ। ਸੋ ਡਾਕਟਰ ਰਾਣਾ ਤੁਹਾਡੇ ਕੋਲ ਆਉਣਾ ਚਾਹਾਂਗੀ ਔਰ ਜਿਸ ਤਰ੍ਹਾਂ ਦੇ ਨਾਲ ਜੋ ਵੀ ਸਮਝ ਆਇਆ ਹੁਣ ਅੱਜ ਅਸੀਂ ਡਿਸਕਸ ਕੀਤੀ, ਹਾਲਾਂਕਿ ਬਹੁਤ ਗੰਭੀਰ ਅੰਦਰ ਤੱਕ ਜਾ ਕੇ ਪੂਰਾ ਚਰਚਾ ਜਿਹੜੀ ਹੈ ਕੀਤੀ ਹੈਗੀ ਡਾਕਟਰ ਮੁਲਤਾਨੀ ਉਹਨਾਂ ਨੇ ਕਿ ਆਖਿਰਕਾਰ ਸਿਸਟਮ 'ਚ ਹੈ ਕੀ ਖਰਾਬੀ ਕੀ ਹੈ। ਇਹਨਾਂ ਨੂੰ ਲੱਗਦਾ ਇਮਾਨਦਾਰੀ ਦੀ ਘਾਟ ਹੈ। ਕੀ ਕਹੋਗੇ ਜੋ ਅੱਜ ਇਹ ਤੁਸੀਂ ਬੁਲਾਵਾ ਦਿੱਤਾ ਹੋਇਆ ਵੱਡੇ ਪ੍ਰਦਰਸ਼ਨਾਂ ਨੂੰ ਲੈ ਕੇ, ਕਿਸ ਤਰ੍ਹਾਂ ਦੇ ਨਾਲ ਕੀ ਕੁਝ ਅੱਗੇ ਭਵਿੱਖ 'ਚ ਹੋਏਗਾ? 100% ਡਾਕਟਰ ਮੁਲਤਾਨੀ ਨਾਲ ਸਹਿਮਤ ਹਾਂ ਜੀ। ਜੇ ਇਮਾਨਦਾਰੀ ਹੋਊਗੀ ਤਾਂ ਸਾਰਾ ਕੁਝ ਠੀਕ ਹੈਗਾ।
ਇਹਨਾਂ ਕੋ ਐਕਸਪੀਰੀਅੰਸ ਸਟਾਫ ਹੈਗਾ ਜੇ ਇਹਨਾਂ ਨੂੰ ਰੈਗੂਲਰ ਕਰ ਲੈਂਦੇ ਆ ਜੀ ਤੇ ਇਹ ਕੰਟੈਕਟ ਤੇ ਹੋਰ ਭਰਤੀਆਂ ਕਰੀ ਜਾਣ, ਇਹਨਾਂ ਕੋ ਐਕਸਪੀਰੀਅੰਸ ਸਟਾਫ ਹੋ ਜਾਂਦਾ, ਅੱਗੇ ਅੱਗੇ ਕਰੀ ਜਾਣ। ਹਰਿਆਣਾ ਬਿਲਕੁਲ ਗੁਆਂਢੀ ਸਟੇਟ ਹੈਗਾ ਜੀ ਉੱਥੇ, ਜੀ ਉੱਥੇ ਉਹਨਾਂ ਨੇ ਬਾਈ ਲਾਸ ਇਹਨਾਂ ਨੂੰ ਮਤਲਬ ਪੂਰੀਆਂ ਸੈਲਰੀਆਂ ਦੇ ਰਹੇ ਆ। ਸਾਡੇ ਨਾਲ ਹੀ ਭਰਤੀ ਹੋਏ ਸੀ, ਸਾਡੇ ਤੋਂ ਘੱਟ ਤਨਖਾਹਾਂ ਸੀ ਉਹਨਾਂ ਨੂੰ ਪੂਰੀਆਂ ਸੈਲਰੀਆਂ ਦੇ ਰਹੇ ਆ। ਹਿਮਾਚਲ ਵਾਲਿਆਂ ਨੇ ਰੈਗੂਲਰ ਕਰਤਾ ਆਪਣੇ ਸਟਾਫ ਨੂੰ, ਰਾਜਸਥਾਨ ਵਾਲਿਆਂ ਨੇ ਆਪਣੇ ਰੂਲ ਚੇਂਜ ਕਰਕੇ ਰੈਗੂਲਰ ਕਰਤਾ। ਬਹੁਤ ਫਰਕ ਹੈ ਪੰਜਾਬ ਤੇ ਅਗਰ ਹਰਿਆਣਾ ਦੀ ਕਿਸੇ ਵੀ ਚੀਜ਼ ਨੂੰ ਲੈ ਕੇ, ਅਗਰ ਤੁਸੀਂ ਬੁਢਾਪਾ ਪੈਨਸ਼ਨ ਦੀ ਗੱਲ ਕਰੋ, ਕਿਸੇ ਵੀ ਚੀਜ਼ ਨੂੰ ਲੈ ਕੇ, ਵੈਸੇ ਹੀ ਅਸੀਂ ਬਹੁਤ ਜ਼ਿਆਦਾ ਕਮਜ਼ੋਰ ਹੈਗੇ ਆ। ਬਿਲਕੁਲ, ਦੇਖੋ ਜਿੰਨਾ ਤੱਕ ਸਰਕਾਰ ਦੀ ਨੀਅਤ ਠੀਕ ਨਹੀਂ ਹੁੰਦੀ, ਜਿੰਨਾ ਤੱਕ ਇੰਪਲਾਈ ਦੇ ਪ੍ਰਤੀ ਇਮਾਨਦਾਰੀ ਨਹੀਂ ਆਉਂਦੀ, ਤੇ ਫਿਰ ਇੰਪਲਾਈ ਜਿਹੜਾ ਮੈਂਟਲੀ ਤੌਰ ਤੇ ਖੁਦ ਇਨਸਿਕਿਉਰ ਹੈਗਾ, ਉਹ ਕਿਸ ਤਰ੍ਹਾਂ ਸਿਕਿਉਰਿਟੀ ਦੇ ਸਕਦਾ ਮਰੀਜ਼ਾਂ ਨੂੰ, ਜਿਹੜੇ ਮਤਲਬ ਲੋਕਾਂ ਨੂੰ ਸਵਸਥ ਦੇਣ ਵਾਲੇ, ਮਾਨਸਿਕ ਤੌਰ ਤੇ ਆਪੇ ਬਿਮਾਰ ਹੈਗੇ ਆ। ਪਿਛਲੇ ਦਿਨੀ ਏਐਨਐਮ ਵਾਸਤੇ ਭਾਰਤ ਸਰਕਾਰ ਨੇ ਕਹਿਤਾ ਸੀ ਤੁਸੀਂ ਏਐਨਐਮ ਕੈਡਰ ਨੂੰ ਰੈਗੂਲਰ ਕਰ ਦਿਓ, ਅਸੀਂ ਉਹ ਸਾਰਾ ਬਜਟ ਦੇਣ ਨੂੰ ਤਿਆਰ ਹੈ। ਪਰ ਸਰਕਾਰ ਦੀ ਕੋਲੋਂ ਲੈਟਰ ਆਈ ਦੀ ਆ, ਸਾਰਾ ਕੁਝ ਆਇਆ ਦੀ, ਪਰ ਸਰਕਾਰ ਆਪਣੇ ਉਸ ਗੱਲ ਤੋਂ ਫੇਰ ਮੁੱਕਰ ਗਈ ਹੈਗੀ ਹੈ। ਸੋ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈ ਕਿ ਸਰਕਾਰ ਇੱਕ ਇਮਾਨਦਾਰ ਸੋਚੇ ਵੀ ਇਹ ਸਟੇਟ ਸਾਡੀ ਹੈ, ਇਸ ਸਟੇਟ ਨੂੰ ਉੱਪਰ ਲੈ ਜਾਣਾ। ਜਿਹੜੇ ਗੁਆਂਢੀ ਸਟੇਟ ਜਿਹੜੇ ਪੰਜਾਬ ਦੀ ਨਕਲ ਕਰਦੀਆਂ ਸੀ, ਉਹ ਪੰਜਾਬ ਤੋਂ ਕਿੱਥੇ ਅੱਗੇ ਨਿਕਲ ਗਈ। ਉਹ ਐਨਆਰਐਚਐਮ ਜਿਹੜਾ ਉਹਨਾਂ ਦਾ, ਉਹ ਬਹੁਤ ਸਾਰੀਆਂ ਸਟੇਟਾਂ ਨੇ ਰੈਗੂਲਰ ਕਰ ਦਿੱਤਾ ਹੈਗਾ। ਸੋ ਕੱਲੀ ਪੰਜਾਬ ਸਟੇਟ ਦੇ ਵਿੱਚ ਐਨਆਰਐਚਐਮ ਨੂੰ ਲੈ ਕੇ ਕੰਮ ਸਾਰਾ ਇਹਨਾਂ ਤੋਂ ਲਿਆ ਜਾ ਰਿਹਾ। ਈਵਨ ਕਿ ਇਹਨਾਂ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਹੈ, ਇਹਨਾਂ ਨੂੰ ਡੀਸੀ ਰੇਟ ਨਹੀਂ ਦਿੱਤੇ ਜਾ ਰਹੇ। ਪਿਛਲੇ ਕੋਸ਼ਿਸ਼ ਕੀਤੀ ਅੱਜ ਡਾਕਟਰ ਰਾਣਾ, ਡਾਕਟਰ ਮੁਲਤਾਨੀ ਇੱਕ ਕੋਸ਼ਿਸ਼ ਕੀਤੀ ਹੈ, ਜਿਸ ਤਰ੍ਹਾਂ ਦੇ ਨਾਲ ਕਹਿ ਰਹੇ ਸੀ ਕਿ ਅਸੀਂ ਆਵਾਜ਼ ਚੁੱਕ ਸਕਦੇ ਹਾਂ, ਹੋ ਸਕਦਾ ਜਿਹੇ ਕੰਨ ਤੱਕ ਪਹੁੰਚ ਜਾਵੇ ਜਿੱਥੋਂ ਕੋਈ ਆਸ ਔਰ ਉਮੀਦ ਜਾਗੇ। ਇਹੀ ਕੋਸ਼ਿਸ਼ ਸੀਗੀ। ਸੋ ਅੱਜ ਦਾ ਮੁੱਦਾ ਲੈ ਕੇ ਇਸੇ ਵਿੱਚ ਇਸੇ ਕਰਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਬਹੁਤ ਬਹੁਤ ਧੰਨਵਾਦ ਹੈ ਮੇਰੇ ਦੋਵੇਂ ਹੀ ਖਾਸ ਮਹਿਮਾਨਾਂ ਦਾ ਜੁੜਨ ਦੇ ਲਈ। ਸੋ ਦੱਸ ਦਈਏ ਕਿ ਮਸਲਾ ਉਹੀ ਹੈ ਜੋ ਤੁਹਾਡੇ ਤੱਕ ਪਹੁੰਚੇ ਔਰ ਉਸ ਜ਼ਿੰਮੇਵਾਰ ਲੋਕਾਂ ਤੱਕ ਜਿਹੜੇ ਕਿ ਇਸ ਦੇ ਲਈ ਜ਼ਿੰਮੇਵਾਰ ਨੇ ਔਰ ਕੁਝ ਉਸ ਦੇ ਵਿੱਚ ਸੁਧਾਰ ਕਰ ਸਕਦੇ ਨੇ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਲਿਵਿੰਗ ਇੰਡੀਆ ਨਿਊਜ਼ ਪੰਜਾਬ।